हम न सकत कर सिफत तुम्हारी, आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਨ ਸ਼ਰਯਨ ਮੰਤਰ ਮਿਲ, ਇੱਕ ਹਿੰਦੂ ਸਭ ਮਾਹੇ। ਊਚੋ ਬੈਠਾ ਗਰਭ ਕਰ, ਇਹ ਲਾਇਕ ਕਛ ਨਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾ ਰਹੇ ਹੋ। ਵੱਡੇ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸੰਧਿਆ ਦੇ ਦੀਵਾਨਾਂ ਵਿੱਚ ਚੱਲਦਾ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਹਨ, ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿੱਲੀ ਸੱਦਿਆ ਸੀ ਅਤੇ ਮਹਾਰਾਜ ਆਪ ਤਾਂ ਨਹੀਂ ਗਏ, ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ ਭੇਜਿਆ ਸੀ। ਪਰ ਬਾਬਾ ਰਾਮ ਰਾਏ ਜੀ ਨੇ ਜਾ ਕੇ ਬਾਦਸ਼ਾਹ ਨੂੰ ਬੇਅੰਤ ਕਰਾਮਾਤਾਂ ਦਿਖਾਈਆਂ। ਉਹਨਾਂ ਕਰਾਮਾਤਾਂ ਦਾ ਪ੍ਰਭਾਵ ਬਾਦਸ਼ਾਹ ਦੇ ਦਰਬਾਰ ਵਿੱਚ ਬਹੁਤ ਜ਼ਿਆਦਾ ਪਿਆ ਔਰ ਦਿੱਲੀ ਦੇ ਲੋਕ ਵੀ ਬਹੁਤ ਪ੍ਰਭਾਵਿਤ ਹੋਏ ਹਨ। ਸੋ ਬਾਬਾ ਰਾਮ ਰਾਏ ਜੀ ਦੀ ਇਹ ਕਥਾ ਲੜੀਵਾਰ ਕਈ ਦਿਨਾਂ ਤੋਂ ਚੱਲ ਰਹੀ ਹੈ। ਆਓ ਸਰਵਣ ਕਰੀਏ ਕਿਹੜੀਆਂ ਕਿਹੜੀਆਂ ਕਰਾਮਾਤਾਂ। 72 ਕਰਾਮਾਤਾਂ ਪ੍ਰਸਿੱਧ ਆਉਂਦੀਆਂ ਹਨ, ਜਿਨ੍ਹਾਂ 'ਚੋਂ 94ਵੀਂ ਕਥਾ ਭਾਈ ਸਾਹਿਬ ਨੇ ਲਿਖੀਆਂ। ਸਰਵਣ ਕਰੀਏ, ਪ੍ਰੇਮ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੀਨ ਸ਼ਰਯਨ ਮੰਤਰ ਮਿਲ, ਕਹਿੰਦੇ ਜਿਹੜੇ ਬਹੁਤ ਹੀ ਸ਼ਰ੍ਹਾ ਦੇ ਵਿੱਚ ਪੱਕੇ ਕੱਟੜ ਮੁਸਲਮਾਨ ਸੀਗੇ, ਉਹ ਮੁਤੱਸਬੀ ਲੋਕ ਸਨ, ਕਾਜੀ ਮੁਲਾਣੇ, ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ। ਇੱਕ ਹਿੰਦੂ ਸਭ ਮਾਹੇ, ਕਹਿੰਦੇ ਇਹ ਰਾਮ ਰਾਏ ਇੱਕ ਹਿੰਦੂ ਹੋ ਕੇ ਸਾਡਿਆਂ ਤੋਂ ਉੱਚਾ ਬੈਠਦਾ ਹੈ। ਊਚੋ ਬੈਠਾ ਗਰਭ ਕਰ, ਬੜੇ ਹੰਕਾਰ ਦੇ ਨਾਲ ਉੱਚੀ ਚੌਂਕੀ ਤੇ ਬਾਦਸ਼ਾਹ ਕੋਲ ਆ ਕੇ ਬੈਠ ਜਾਂਦਾ ਹੈ। ਅਸੀਂ ਬੜੇ ਬੜੇ ਪੜ੍ਹੇ ਲਿਖੇ ਵੱਡੀ ਉਮਰਾਂ ਦੇ ਕਾਜੀ ਮੁਲਾਣੇ ਥੱਲੇ ਬੈਠਦੇ ਹਾਂ। ਇਹ ਲਾਇਕ ਕਛ ਨਾਹੇ, ਇਹ ਸਾਡੇ ਲਈ ਯੋਗ ਨਹੀਂ ਹੈ। ਬਾਦਸ਼ਾਹ ਨੂੰ ਵੀ ਇੱਦਾਂ ਨਹੀਂ ਕਰਨਾ ਚਾਹੀਦਾ। ਗਨ ਉਲਮਾਓ ਮਲਾਨੇ ਕਾਜੀ, ਸਾਰੇ ਕਾਜੀ ਮੁਲਾਣੇ ਇਕੱਠੇ ਹੋਏ। ਦੁਖ ਹੈ ਦੇਖ ਕਰ ਮੂਡ ਸਦਾ ਜੀ। ਇਹ ਸਾਧ ਸੰਗਤ ਜੀ ਰੋਜ਼ ਬਾਬਾ ਰਾਮ ਰਾਏ ਦੀ ਚੜ੍ਹਤ ਵੇਖ ਕੇ ਦੁਖੀ ਹੁੰਦੇ ਸਨ, ਮਨ ਵਿੱਚ ਸੜਦੇ ਸਨ। ਬੜੀ ਭਾਰੀ ਜੈਲਸ ਇਹਨਾਂ ਨੂੰ ਹੁੰਦੀ ਸੀ ਵੀ ਅਸੀਂ ਮੁਸਲਮਾਨ ਕਾਜੀ ਮੁਲਾਣੇ ਬਾਦਸ਼ਾਹ ਦੀ ਸਭਾ 'ਚ ਉੱਚੇ ਬਹਿਣੇ ਚਾਹੀਦੇ ਹਾਂ, ਪਰ ਇਹ ਇੱਕ ਛੋਟੀ ਜਿਹੀ ਉਮਰ ਦਾ ਬੱਚਾ, ਉਹ ਵੀ ਹਿੰਦੂਆਂ ਦਾ, ਸਾਡੇ ਤੋਂ ਉੱਚਾ ਕਿਉਂ ਬੈਠਦਾ ਹੈ। ਹੋਏ ਨਾ ਆਵਤ ਹੈ ਕਿਮ ਸਮਤਾ, ਕਹਿੰਦੇ ਗੁਰੂ ਹਰਿਰਾਏ ਦਾ ਪੁੱਤਰ ਸਾਡੇ ਤੋਂ ਉੱਚਾ ਬੈਠਦਾ ਹੈ। ਇਹ ਗੱਲ ਸਾਡੇ ਲਈ ਬੜੀ ਮਾੜੀ ਹੈ। ਇਹ ਬਰਾਬਰੀ ਨਹੀਂ, ਇਹ ਸਾਡੇ ਵਾਸਤੇ ਹਾਨੀ ਵਾਲੀ ਗੱਲ ਹੈ। ਤਿਸ ਅਜ਼ਮਤ ਕੋ ਸਭ ਜਗ ਨਮਤਾ, ਉਹਦੀ ਕਰਾਮਾਤ ਨੂੰ ਵੀ ਸਾਰਾ ਸੰਸਾਰ ਝੁਕਣ ਲੱਗ ਪਿਆ ਹੈ। ਸਾਰੇ ਲੋਕ ਬਾਬੇ ਰਾਮ ਰਾਏ ਦੀ ਕਰਾਮਾਤ ਦੇ ਅੱਗੇ ਝੁਕਦੇ ਹਨ। ਤਿਸ ਕੋ ਲੇਸ਼ ਨਾ ਮੂਡ ਮਤਨ ਮੈਂ, ਉਹ ਜਿਹੜੇ ਮੂਰਖ ਸੀਗੇ, ਮੂੜ ਮਤੀਏ, ਉਹਨਾਂ ਨੂੰ ਸਾਧ ਸੰਗਤ ਜੀ ਇਹਨਾਂ ਗੱਲਾਂ ਦੀ ਸੋਝੀ ਨਹੀਂ ਸੀ। ਜਿੰਨਾ ਚਿਰ ਕਿਸੇ ਦੀ ਅੱਖ ਨਾ ਖੁੱਲ੍ਹੀ ਹੋਵੇ, ਉਹ ਕਿਸੇ ਮਹਾਂਪੁਰਸ਼ ਦਾ ਸਤਿਕਾਰ ਨਹੀਂ ਕਰ ਸਕਦਾ। ਸੋ ਇਹ ਅਹੰਕਾਰੀ ਸਨ, ਈਰਖਾਲੂ ਸਨ, ਆਪਣੇ ਮਜ਼ਹਬ ਦੀ, ਆਪਣੀ ਜਾਤੀ ਦੀ ਇਹਨਾਂ ਨੂੰ ਬਹੁਤ ਹਉਮੈ ਸੀ। ਇਸ ਕਰਕੇ ਬਾਬਾ ਰਾਮ ਰਾਏ ਜੀ ਨੂੰ ਈਰਖਾ ਕਰਦੇ ਸਨ। ਏਕ ਸ਼ਰਾਗ ਹੈ ਗਾਡੇ ਮਨ ਮੈਂ, ਬਸ ਇੱਕ ਸ਼ਰ੍ਹਾ ਦਾ ਕਿੱਲਾ ਗੱਡਿਆ ਹੋਇਆ ਸੀ, ਉਹਦੇ ਵਿੱਚ ਹੀ ਆਫੜੇ ਫਿਰਦੇ ਸਨ। ਹੋਰ ਦੁਨਿਆਵੀ ਕੋਈ ਗਿਆਨ ਨਹੀਂ ਸੀ, ਪਰਮਾਰਥ ਦਾ ਕੋਈ ਗਿਆਨ ਨਹੀਂ ਸੀ, ਸਮਾਜ ਦਾ ਵੀ ਕੋਈ ਗਿਆਨ ਨਹੀਂ ਸੀ। ਨਾ ਇਹ ਬਰਾਬਰੀ ਭਾਈਚਾਰੇ ਨੂੰ ਸਮਝਦੇ ਸਨ, ਨਾ ਕਿਸੇ ਮਹਾਂਪੁਰਸ਼ ਦੀ ਕਰਾਮਾਤ ਅਜ਼ਮਤ ਸ਼ਕਤੀ ਨੂੰ ਸਮਝਦੇ ਸਨ, ਨਾ ਰੂਹਾਨੀਅਤ ਦੇ ਪਾਂਧੀ ਸਨ। ਸਿਰਫ ਸ਼ਰ੍ਹਾ ਦਾ ਕਿੱਲਾ ਗੱਡ ਕੇ ਵੀ ਅਸੀਂ ਸ਼ਰਈ ਹਾਂ, 5 ਟਾਈਮ ਦੀ ਨਮਾਜ਼ 'ਚ ਪੱਕੇ ਹਾਂ, ਅਸੀਂ ਰੋਜ਼ੇ ਰੱਖਦੇ ਹਾਂ, ਅਸੀਂ ਦੀਨ ਦੇ ਮੁਤਾਬਕ ਚੱਲਦੇ ਹਾਂ, ਇਸੇ ਗੱਲ ਦਾ ਹੰਕਾਰ ਲਈ ਫਿਰਦੇ ਸਨ। ਕਹਾ ਪਰਸਪਰ ਸ਼ਾਹ ਸੁਨਾਵਹ, ਤੇ ਇਹ ਇਕੱਠੇ ਹੋ ਕੇ ਸਲਾਹ ਕਰ ਰਹੇ ਨੇ। ਕਹਿੰਦੇ ਆਪਾਂ ਬਾਦਸ਼ਾਹ ਨੂੰ ਮਿਲੀਏ, ਬਾਦਸ਼ਾਹ ਨਾਲ ਗੱਲ ਕਰੀਏ। ਤੁਮ ਕਿਉ ਸ਼ਰਾਬ ਹਰ ਪਗ ਪਾਵਹ, ਕਿ ਬਾਦਸ਼ਾਹ ਤੁਸੀਂ ਮੁਸਲਮਾਨ ਹੋ ਕੇ, ਮੁਸਲਮਾਨਾਂ ਦੇ ਬਹੁਤ ਵੱਡੇ ਬਾਦਸ਼ਾਹ ਹੋ ਕੇ
ਸ਼ਰ੍ਹਾ ਤੋਂ ਉਲਟ ਕਿਉਂ ਚੱਲਦੇ ਹੋ? ਸਰਬ ਤੁਰਕ ਕਰ ਜੋ ਰਹਿ ਖਰੇ। ਸਾਰੇ ਮੁਸਲਮਾਨ ਤੁਹਾਡੇ ਦਰਬਾਰ ਵਿੱਚ ਹੱਥ ਜੋੜ ਕੇ ਖੜੇ ਰਹਿੰਦੇ ਹਨ ਸਾਥ ਅਦਾਬ ਸਭਾ ਮਹਿ ਬਰੇ। ਔਰ ਬੜੇ ਅਦਬ ਨਾਲ ਤੁਹਾਡੀ ਕਚਹਿਰੀ 'ਚ ਵੜਦੇ ਨੇ, ਤੁਹਾਨੂੰ ਸਾਰੇ ਮੁਸਲਮਾਨ ਸਲਾਮਾਂ ਕਰਦੇ ਨੇ। ਕੋ ਬੈਠਤ ਹੋਏ ਨੀਚੇ ਥਾਨ। ਤੇ ਕੋਈ ਨੀਵੀਂ ਥਾਂ ਤੇ ਬੈਠਦਾ ਹੈ, ਨਾ ਹਿਤ ਖਰੇ ਰਹਿ ਡਰਮਾਨ। ਨਹੀਂ ਤਾਂ ਸਾਰੇ ਖੜੇ ਰਹਿੰਦੇ ਹਨ। ਕੁਝ ਬੰਦਿਆਂ ਨੂੰ ਹੀ ਬਾਦਸ਼ਾਹ ਦੀ ਕਚਹਿਰੀ 'ਚ ਬਹਿਣ ਦੀ ਆਗਿਆ ਸੀ, ਜ਼ਿਆਦਾਤਰ ਸਾਰੇ ਲੋਕ ਖੜੇ ਰਹਿੰਦੇ ਸਨ ਡਰ ਕੇ। ਇੱਕ ਹਿੰਦੂ ਆਵਤ ਹੰਕਾਰਤ। ਤੇ ਬਾਦਸ਼ਾਹ ਸਲਾਮਤ ਇੱਕ ਹਿੰਦੂ ਬਾਬਾ ਰਾਮ ਰਾਏ ਬੜੇ ਹੰਕਾਰ ਨਾਲ ਆਉਂਦਾ ਹੈ। ਤਿਸ ਕੋ ਸਭ ਤੇ ਊਚ ਬਿਠਾਵਰਤ। ਉਹਨੂੰ ਤੁਸੀਂ ਉੱਚਾ ਚੌਂਕੀ ਤੇ ਬਿਠਾਉਂਦੇ ਹੋ, ਆਪਣੇ ਬਰਾਬਰ ਸਤਿਕਾਰ ਦਿੰਦੇ ਹੋ। ਕਹੈ ਨ ਕਲਮਾ ਦੀਨ ਨ ਮਨ ਹੈ। ਹਾਂ, ਉਹ ਨਾ ਮੁਸਲਮਾਨ ਬਣਦਾ ਹੈ, ਨਾ ਕਲਮਾ ਪੜ੍ਹਦਾ ਹੈ, ਨਾ ਸਾਡੇ ਦੀਨ ਨੂੰ ਸ਼ਰ੍ਹਾ ਨੂੰ ਮੰਨਦਾ ਹੈ। ਆਪਣੇ ਮਤ ਕੋ ਮਹਿਦ ਬਖਾਨ ਹੈ। ਬਾਬਾ ਰਾਮ ਰਾਏ ਆਪਣੇ ਧਰਮ ਨੂੰ ਗੁਰੂ ਨਾਨਕ ਦੀ ਮੱਤ ਨੂੰ ਵੱਡਾ ਦੱਸਦਾ ਹੈ। ਜਾਂ ਤੇ ਤੁਮਨੇ ਸ਼ਰਾਬ ਬਿਗਾਰੀ। ਇਸ ਕਰਕੇ ਬਾਦਸ਼ਾਹ ਸਲਾਮਤ ਤੁਸੀਂ ਸ਼ਰ੍ਹਾ ਵਿਗਾੜ ਦਿੱਤੀ ਹੈ। ਇਮ ਚਲ ਭਖ ਹੋ ਸ਼ਾਹ ਅਗਾਰੀ। ਇਹ ਗੱਲ ਆਪਾਂ ਸਾਰੇ ਚੱਲ ਕੇ ਬਾਦਸ਼ਾਹ ਦੇ ਅੱਗੇ ਆਖੀਏ। ਕਰ ਮਸਲਤ ਨੌ ਰੰਗ ਟਿਗ ਆਏ। ਸਾਰੇ ਸਲਾਹ ਕਰਕੇ ਮਸਲਤ ਕਰਕੇ ਬਾਦਸ਼ਾਹ ਦੇ ਕੋਲ ਆ ਗਏ। ਪੂਰਬ ਅਪਰ ਪ੍ਰਸੰਗ ਚਲਾਏ। ਪਹਿਲਾਂ ਇੱਧਰ ਉੱਧਰ ਦੀਆਂ ਗੱਲਾਂ ਸ਼ੁਰੂ ਕੀਤੀਆਂ, ਪੁੰਨ ਨਿਜ ਮਤ ਕੋ ਮਤਾ ਬਖਾਨਾ। ਫਿਰ ਜਿਹੜੀ ਸਲਾਹ ਕਰਕੇ ਆਏ ਸੀ ਉਹ ਬਾਦਸ਼ਾਹ ਨੂੰ ਦੱਸਣ ਲੱਗੇ ਹਨ। ਸੁਨਹੁ ਸ਼ਾਹ ਜੀ ਬੜ ਬੁੱਧਵਾਨਾ। ਇਹ ਬਾਦਸ਼ਾਹ ਸਲਾਮਤ ਤੁਸੀਂ ਬੜੇ ਸਿਆਣੇ ਹੋ, ਬੁੱਧੀਮਾਨ ਹੋ। ਸ਼ਰਾ ਵਹਿਰ ਜੇ ਹਿੰਦੂਆਂ ਮਤ ਹੈ। ਹਾਂ, ਜਿਹੜਾ ਇਹ ਹਿੰਦੂਆਂ ਦਾ ਮਤ ਹੈ ਕਾਫਰਾਂ ਦਾ, ਇਹ ਤੇ ਸ਼ਰ੍ਹਾ ਤੋਂ ਬਾਹਰ ਹੈ। ਇਹ ਹਿੰਦੂ ਧਰਮ ਜੋ ਹੈ, ਸਨਾਤਨ ਧਰਮ ਜੋ ਹੈ, ਇਹ ਤਾਂ ਸਾਡੇ ਧਰਮ ਤੋਂ ਉਲਟ ਹੈ। ਅਸਲੀ ਧਰਮ ਤੇ ਸਾਡਾ ਹੈ ਇਸਲਾਮ। ਇਹ ਜਿਹੜਾ ਹਿੰਦੂਆਂ ਦਾ ਧਰਮ ਹੈ ਇਹ ਸ਼ਰ੍ਹਾ ਤੋਂ ਬਾਹਰ ਹੈ। ਤਿਸ ਕਹੁ ਨਿਤ ਸਨਮਾਨਤ ਅਤ ਹੈ। ਤੇ ਤੁਸੀਂ ਉਸ ਬਾਬੇ ਰਾਮ ਰਾਏ ਦੀ ਇੰਨੀ ਇੱਜ਼ਤ ਕਰਦੇ ਹੋ, ਇੰਨਾ ਉਹਦਾ ਸਨਮਾਨ ਕਰਦੇ ਹੋ। ਜਿਨ ਕੋ ਬੋਲਨ ਮਿਨਲ ਸਦੋਸ਼ਾ। ਜਿਨ੍ਹਾਂ ਹਿੰਦੂਆਂ ਨਾਲ ਮਿਲਣਾ ਵੀ ਪਾਪ ਹੈ, ਜਿਨ੍ਹਾਂ ਹਿੰਦੂਆਂ ਨੂੰ ਮਿਲ ਕੇ ਗੱਲਬਾਤ ਕਰਨੀ, ਉਹਨਾਂ ਨਾਲ ਬੋਲਣਾ ਚਾਲਣਾ, ਖਾਣਾ ਪੀਣਾ ਪਾਪ ਲੱਗਦਾ ਹੈ। ਸ਼ਰ੍ਹਾ ਦੇ ਵਿੱਚ ਇਹ ਬਹੁਤ ਵੱਡਾ ਦੋਸ਼ ਹੈ। ਤਿਸ ਪਰ ਸਾਦਰ ਰਖਹੁ ਭਰੋਸਾ। ਤੁਸੀਂ ਉਹਦਾ ਸਤਿਕਾਰ ਕਰਦੇ ਹੋ, ਉਹਦੇ ਉੱਤੇ ਭਰੋਸਾ ਰੱਖਦੇ ਹੋ। ਤੁਰਕ ਲੋਕ ਗਨ ਖੇਤ ਬਿਸਾਲਾ। ਜਿਹੜੇ ਬਾਦਸ਼ਾਹ ਸਲਾਮਤ ਅਸੀਂ ਮੁਸਲਮਾਨ ਲੋਕ ਹਾਂ, ਅਸੀਂ ਤੁਹਾਡੀ ਖੇਤੀ ਹਾਂ। ਸਿੰਚਨ ਹਾਰ ਆਪ ਸਭ ਕਾਲਾ। ਤੁਸੀਂ ਬਾਦਸ਼ਾਹ ਸਲਾਮਤ ਹਿੰਦੁਸਤਾਨ ਦੇ ਮੁਸਲਮਾਨਾਂ ਦੇ ਮਾਲੀ ਹੋ। ਤੁਸੀਂ ਇਸ ਬਾਗ ਬਗੀਚੇ ਨੂੰ, ਇਸਲਾਮ ਦੇ ਖੇਤ ਨੂੰ ਪਾਲਣਾ ਹੈ। ਤੁਸੀਂ ਪਾਣੀ ਦੇਣਾ ਹੈ ਸਾਡੀ ਖੇਤੀ ਨੂੰ। ਸ਼ਰਾ ਬਾਰ ਚੌਹ ਦਿਸ਼ ਮਹਿ ਆਕੇ। ਤੇ ਇਸ ਇਸਲਾਮ ਦੀ ਜੋ ਖੇਤੀ ਹੈ, ਇਹਦੇ ਆਲੇ ਦੁਆਲੇ ਸ਼ਰ੍ਹਾ ਦੀ ਵਾੜ ਦਿੱਤੀ ਹੋਈ ਹੈ। ਜਿਵੇਂ ਖੇਤਾਂ ਦੇ ਆਲੇ ਦੁਆਲੇ ਕੰਡਿਆਂ ਵਾਲੀ ਵਾਰ ਲਾ ਦਿੰਦੇ ਨੇ, ਕੋਈ ਅਵਾਰਾ ਪਸ਼ੂ ਅੰਦਰ ਨਾ ਵੜ ਜਾਵੇ, ਕੋਈ ਖੇਤੀ ਦਾ ਨੁਕਸਾਨ ਨਾ ਕਰ ਦੇਵੇ, ਇਸ ਕਰਕੇ ਵਾੜ ਕਰਦੇ ਨੇ। ਇਹ ਬਾਦਸ਼ਾਹ ਸਲਾਮਤ, ਇਹ ਇਸਲਾਮ ਦੀ ਖੇਤੀ ਹੈ ਤੇ ਸ਼ਰ੍ਹਾ ਦੀ ਵਾੜ ਇਹਦੇ ਆਲੇ ਦੁਆਲੇ ਲੱਗੀ ਹੋਈ ਹੈ। ਕਰਤਾ ਪੁਸ਼ਟ ਸਦਾ ਤੁਮ ਤਾਕੇ। ਤੇ ਤੁਸੀਂ ਇਸ ਵਾੜ ਨੂੰ ਪੱਕੇ ਕਰਨਾ ਹੈ, ਯਾਨੀ ਤੁਸੀਂ ਤਾਂ ਸ਼ਰ੍ਹਾ ਦਾ ਪਾਬੰਦ ਰਹਿਣਾ ਤੇ ਦੂਜਿਆਂ ਨੂੰ ਵੀ ਸ਼ਰ੍ਹਾ ਵਿੱਚ ਪਾਬੰਦ ਰੱਖਣਾ ਹੈ। ਜੇ ਨਾ ਲਿਹੋ ਸੁਧ ਦੇਹੁ ਬਿਗਾਰੀ। ਤੇ ਜੇ ਤੁਸੀਂ ਸਾਡੀ ਖਬਰਸਾਰ ਨਹੀਂ ਲਓਗੇ, ਸ਼ਰ੍ਹਾ ਦੀ ਵਾੜ ਢਿੱਲੀ ਕਰ ਦਿਓਗੇ, ਤੇ ਫਿਰ ਸਾਡਾ ਦੀਨ ਧਰਮ ਇਸਲਾਮ ਜਿਹੜਾ ਹੈ ਉਹ ਵਿਗੜ ਜਾਏਗਾ। ਫਿਰ ਲੋਕ ਸਾਡੀ ਪਰਵਾਹ ਨਹੀਂ ਕਰਨਗੇ, ਲੋਕ ਸ਼ਰ੍ਹਾ ਵਿੱਚ ਨਹੀਂ ਚੱਲਣਗੇ ਕਿ ਬਾਦਸ਼ਾਹ ਨਹੀਂ ਚੱਲਦਾ ਤੇ ਦੂਜਿਆਂ ਨੂੰ ਕੀ ਲੋੜ ਹੈ। ਇਸ ਤਰ੍ਹਾਂ ਫਿਰ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦਾ ਪ੍ਰਚਾਰ ਘਟ ਜਾਏਗਾ, ਖਤਮ ਹੋ ਜਾਏਗਾ। ਅਪਰ ਖਿਆਲ ਲਗ ਰਿਦੇ ਬਿਸਾਰੀ। ਹੋਰ ਖਿਆਲਾਂ ਵਿੱਚ ਪੈ ਕੇ ਤੁਸੀਂ ਇਸਲਾਮ ਵਾਲੀ ਗੱਲ ਭੁੱਲ ਗਏ ਜਾਪਦੇ। ਤੁਸੀਂ ਬਾਦਸ਼ਾਹ ਬਣਨ ਤੋਂ ਪਹਿਲਾਂ ਇਹ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਹਿੰਦੁਸਤਾਨ ਵਿੱਚ ਸਿਰਫ ਤੇ ਸਿਰਫ ਮੁਸਲਮਾਨਾਂ ਦਾ ਹੀ ਪ੍ਰਚਾਰ ਕਰਾਂਗਾ, ਹੋਰ ਕੋਈ ਧਰਮ ਰਹਿਣ ਹੀ ਨਹੀਂ ਦੇਣਾ। ਪਰ ਗੁਰੂ ਹਰ ਰਾਏ ਦੇ ਪੁੱਤਰ ਨੂੰ, ਬਾਬੇ ਰਾਮ ਰਾਏ ਨੂੰ ਤੁਸੀਂ ਇੰਨੀ ਇੱਜ਼ਤ ਦੇ ਰਹੇ ਹੋ, ਆਪਣੇ ਬਰਾਬਰ ਚੌਂਕੀ ਤੇ ਬਿਠਾਉਂਦੇ ਹੋ, ਤਖਤ ਤੇ ਬਿਠਾਉਂਦੇ ਹੋ। ਇਹਦੇ ਨਾਲ ਸਾਡੀ ਸ਼ਰ੍ਹਾ ਦੀ ਵਾੜ ਢਿੱਲੀ ਪੈ ਰਹੀ ਹੈ। ਲੋਕ ਸਮਝਣ ਲੱਗ ਪਏ ਹਨ ਵੀ ਤੁਸੀਂ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਮੁਸਲਮਾਨਾਂ ਨਾਲ ਵੀ ਮੈਂ ਮੁਸਲਮਾਨਾਂ ਦਾ ਹੀ ਝੰਡਾ ਬੁਲੰਦ ਕਰਾਂਗਾ,
ਉਹ ਤੁਸੀਂ ਭੁੱਲ ਗਏ ਹੋ। ਤਬ ਨਾ ਰਹਿ ਇਹ ਤੁਰਤ ਬਿਨਾਸ਼ੀ। ਜੇ ਤੁਸੀਂ ਨਾ ਖਿਆਲ ਰੱਖਿਆ ਤੇ ਸ਼ਰ੍ਹਾ ਦੀ ਵਾੜ ਟੁੱਟ ਜਾਏਗੀ ਤੇ ਇਸਲਾਮ ਦਾ ਬੇੜਾ ਡੁੱਬ ਜਾਏਗਾ। ਇਸਲਾਮ ਇਸ ਹਿੰਦੁਸਤਾਨ ਵਿੱਚ ਨਹੀਂ ਰਵੇਗਾ। ਹੋਹਿ ਕੁਤੋ ਪੁਨ ਜਗਤ ਪ੍ਰਕਾਸ਼ੀ। ਫਿਰ ਦੂਜੇ ਦੇਸ਼ਾਂ ਵਿੱਚ ਆਪਾਂ ਇਸਲਾਮ ਦਾ ਪ੍ਰਚਾਰ ਕਿਵੇਂ ਕਰਾਂਗੇ ਜੇ ਆਪਣੇ ਦੇਸ਼ ਦੇ ਵਿੱਚ, ਆਪਣੀ ਰਾਜਧਾਨੀ ਦੇ ਵਿੱਚ ਹੀ ਅਸੀਂ ਇਸਲਾਮ ਦਾ ਪ੍ਰਚਾਰ ਨਹੀਂ ਕਰ ਸਕਦੇ। ਮੁਸਲਮਾਨ ਕੀ ਸਭਾ ਮਝਾਰੀ। ਮੁਸਲਮਾਨਾਂ ਦੀ ਕਚਹਿਰੀ ਦੇ ਵਿੱਚ ਪਰ ਵਿਸ਼ ਹੈ ਆਨ ਹਿੰਦੂ ਹੰਕਾਰੀ। ਗੁਰੂ ਨਾਨਕ ਦੀ ਗੱਦੀ ਦੇ ਮਾਲਕ ਗੁਰੂ ਹਰਿਰਾਏ ਸਾਹਿਬ ਦਾ ਪੁੱਤਰ ਹੰਕਾਰ ਦੇ ਨਾਲ ਆਉਂਦਾ ਹੈ ਤੇ ਸਿੱਧਾ ਆ ਕੇ ਤੁਹਾਨੂੰ ਸਲਾਮ ਵੀ ਨਹੀਂ ਕਰਦਾ, ਚੌਂਕੀ ਤੇ ਬੈਠ ਜਾਂਦਾ ਹੈ। ਤੁਮ ਸਭ ਤੇ ਤਿਹ ਊਚ ਬਿਠਾਵੋ। ਤੁਸੀਂ ਉਹਨੂੰ ਆਪਣੇ ਬਰਾਬਰ ਉੱਚੀ ਥਾਂ ਤੇ ਸਾਨੂੰ ਕਾਜ਼ੀਆਂ ਮੁਲਾਣਿਆਂ ਨੂੰ ਥੱਲੇ ਖੜਾ ਕਰ ਛੱਡਦੇ ਹੋ ਤੇ ਬਾਕੀ ਸਾਰੇ ਬੰਦੇ ਥੱਲੇ ਖੜੇ ਰਹਿੰਦੇ ਆ ਤੇ ਉਹ ਜਿਹੜਾ ਬਾਬਾ ਰਾਮ ਰਾਏ ਉੱਚੀ ਚੌਂਕੀ ਤੇ ਬੈਠ ਜਾਂਦਾ ਹੈ। ਨਿਤ ਪ੍ਰਤ ਪ੍ਰੇਮ ਵਿਸਾਲ ਵਧਾਵੋ। ਔਰ ਉਹਦੇ ਨਾਲ ਹਰ ਰੋਜ਼ ਤੁਸੀਂ ਜ਼ਿਆਦਾ ਪ੍ਰੇਮ ਕਰਦੇ ਹੋ, ਉਹਦੀ ਬੜੀ ਇੱਜ਼ਤ ਕਰਦੇ ਹੋ, ਉਹਨੂੰ ਤੁਸੀਂ ਮਾਇਆ ਦੇ ਗੱਫੇ ਵੀ ਖੁੱਲ੍ਹੇ ਦਿੰਦੇ ਹੋ, ਉਹਦਾ ਮਾਣ ਸਨਮਾਨ ਵੀ ਬਹੁਤ ਕਰਦੇ ਹੋ। ਇਹ ਅਜੋਗ ਹੋਏ ਹਿਰਦੇ ਵਿਚਾਰੋ। ਇਹ ਬਾਦਸ਼ਾਹ ਸਲਾਮਤ, ਇਹ ਬੜਾ ਗਲਤ ਕੰਮ ਹੋ ਰਿਹਾ ਹੈ। ਇਹ ਸਾਡੀ ਇਸਲਾਮ ਦੀ ਨੱਕ ਵੱਢੀ ਜਾ ਰਹੀ ਹੈ, ਇਸਲਾਮ ਦੀ ਬੇੜੀ ਡੋਬੀ ਜਾ ਰਹੀ ਹੈ। ਇੱਕ ਛੋਟੀ ਜਿਹੀ ਉਮਰ ਦਾ ਬੱਚਾ, ਉਹ ਵੀ ਗੈਰ ਧਰਮ ਦਾ ਹੈ, ਗੁਰੂ ਨਾਨਕ ਦੀ ਗੱਦੀ ਦੇ ਮੰਨਣ ਵਾਲੇ ਗੁਰੂਆਂ ਦਾ ਸਿੱਖ ਹੈ। ਸੋ ਤੁਸੀਂ ਉਹਨੂੰ, ਸਿੱਖਾਂ ਨੂੰ ਇੰਨਾ ਉੱਚਾ ਕਰਦੇ ਹੋ ਤੇ ਸਾਨੂੰ ਐਡੇ ਵੱਡੇ ਉੱਚਿਆਂ ਨੂੰ ਨੀਵਾਂ ਕਰਕੇ ਬਿਠਾਉਂਦੇ ਹੋ। ਸ਼ਰਾ ਬਾਰ ਕੋ ਨਹਿਨ ਬਿਗਾਰੋ। ਤੁਸੀਂ ਬਾਦਸ਼ਾਹ ਇਸ ਪਾਸੇ ਧਿਆਨ ਦਿਓ, ਜਿਹੜੀ ਸ਼ਰ੍ਹਾ ਦੀ ਵਾੜ ਹੈ ਇਹਨੂੰ ਤੋੜੋ ਨਾ। ਇਸਲਾਮ ਦਾ ਪ੍ਰਚਾਰ ਕਰਨ ਵਾਸਤੇ, ਮੁਸਲਮਾਨਾਂ ਦੀ ਚੜ੍ਹਦੀ ਕਲਾ ਵਾਸਤੇ ਬਾਬੇ ਰਾਮ ਰਾਏ ਨੂੰ ਇੰਨੀ ਇੱਜ਼ਤ ਨਾ ਦਿਓ। ਕਰਤ ਤੁਰਕ ਤਰਕਾਰ ਤਹਕੀਕੀ। ਜਦੋਂ ਮੁਸਲਮਾਨਾਂ ਨੇ ਇੱਦਾਂ ਬਾਦਸ਼ਾਹ ਦੇ ਨਾਲ ਗੱਲਬਾਤ ਕੀਤੀ, ਕਿਸ ਹੋ ਨਾ ਮਨ ਕਹੋ ਲਾਗਹਿ ਨੀਕੀ। ਕਹਿਣ ਲੱਗੇ ਬਾਦਸ਼ਾਹ ਸਾਰੇ ਮੁਸਲਮਾਨ ਅਸੀਂ ਸਲਾਹ ਕਰਕੇ ਆਏ ਹਾਂ, ਸਾਨੂੰ ਕਿਸੇ ਨੂੰ ਵੀ ਇਹ ਤੁਹਾਡੀ ਗੱਲ ਚੰਗੀ ਨਹੀਂ ਲੱਗਦੀ। ਖਾਸ ਕਰਕੇ ਬਾਬੇ ਰਾਮ ਰਾਏ ਦੀ ਜਿਹੜੀ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਨਾ, ਇਹ ਸਾਨੂੰ ਬੜੀ ਤੰਗ ਕਰਦੀ ਹੈ। ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ, ਸਾਡਾ ਕਾਲਜਾ ਸੜ ਜਾਂਦਾ ਹੈ, ਅੱਗ ਲੱਗ ਜਾਂਦੀ ਜਦੋਂ ਅਸੀਂ ਦੇਖਦੇ ਹਾਂ ਬੁੱਢੇ ਬੁੱਢੇ ਕਾਜੀ ਮੁਲਾਣੇ, ਬੜੇ ਬੜੇ ਵੱਡੇ ਮੁਸਲਮਾਨ ਉਲਮਾ ਤੁਹਾਡੀ ਕਚਹਿਰੀ 'ਚ ਵਿਚਾਰੇ ਹੱਥ ਜੋੜ ਕੇ ਖੜੇ ਰਹਿੰਦੇ ਨੇ। ਇੱਕ ਤਾਂ 13-14 ਸਾਲਾਂ ਦਾ ਮੁੰਡਾ ਉਹ ਆ ਕੇ ਤੁਹਾਡੇ ਬਰਾਬਰ ਚੌਂਕੀ ਤੇ ਬੈਠ ਜਾਂਦਾ ਹੈ। ਸੁਨਤ ਸ਼ਾਹ ਨੇ ਤਿਨਹ ਸੁਨਾਇਓ। ਬਾਦਸ਼ਾਹ ਔਰੰਗਜ਼ੇਬ ਨੇ ਉਹਨਾਂ ਕਾਜ਼ੀਆਂ ਮੁਲਾਣਿਆਂ ਦੀ ਗੱਲ ਸੁਣ ਕੇ ਉਹਨਾਂ ਨੂੰ ਆਖਿਆ, ਅਜ਼ਮਤ ਓਜ ਅਜਬ ਅਜ਼ਮਾਇਓ। ਦੇਖੋ ਕਾਜੀ ਸਾਹਿਬ, ਤੁਹਾਡੀ ਗੱਲ ਠੀਕ ਹੈ, ਮੈਂ ਵੀ ਸਮਝਦਾ ਹਾਂ ਵੀ ਇਸਲਾਮ ਦੇ ਵਿੱਚ ਸਾਨੂੰ ਕਾਜ਼ੀਆਂ ਮੁਲਾਣਿਆਂ ਦਾ ਸਤਿਕਾਰ ਜ਼ਿਆਦਾ ਕਰਨਾ ਚਾਹੀਦਾ ਹੈ ਤੇ ਗੈਰ ਧਰਮੀ ਬੰਦੇ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ। ਪਰ ਗੱਲ ਇਹ ਹੈ ਵੀ ਬਾਬਾ ਰਾਮ ਰਾਏ ਕੋਲ ਕਰਾਮਾਤ ਬੜੀ ਹੈ, ਸ਼ਕਤੀ ਬੜੀ ਹੈ। ਉਹਦੀ ਕਰਾਮਾਤ ਦੇ ਸਾਹਮਣੇ ਸਾਡੀ ਕੋਈ ਕਰਾਮਾਤ, ਤੁਹਾਡੀ ਕੋਈ ਕਰਾਮਾਤ ਚੱਲੀ ਨਹੀਂ ਅਜੇ ਤੱਕ। ਜਿਮ ਹਮ ਬਿਖਮ ਬਖਾਨੀ ਤਾਹੇ। ਜਿਵੇਂ ਅਸੀਂ ਉਹਨੂੰ ਔਖੀ ਤੋਂ ਔਖੀ ਪਰਿਸਥਿਤੀ ਦਾ ਸਵਾਲ ਪਾਇਆ, ਔਖੇ ਤੋਂ ਔਖੀ ਘਾਟੀ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ, ਬਾਬਾ ਰਾਮ ਰਾਏ ਨੇ ਉਹੀ ਕਰਕੇ ਵਿਖਾ ਦਿੱਤਾ, ਕਰਾਮਾਤ ਕਰਕੇ ਵਿਖਾ ਦਿੱਤੀ। ਉਹ ਕਿਸੇ ਦਾ ਪੇਜ ਥੱਲੇ ਆਇਆ ਹੀ ਨਹੀਂ। ਕਰ ਦਿਖਾਏ ਤਨਕ ਨਾ ਬਿਲਮਾਹੇ। ਔਰ ਉਹ ਕਰਕੇ ਦਿਖਾ ਦਿੰਦਾ, ਤਨਕ ਮਾਤਰ ਵੀ ਉਹ ਦੇਰੀ ਨਹੀਂ ਕਰਦਾ। ਆਪਣੀ ਕਰਾਮਾਤ ਕੇ ਓਜ। ਆਪਣੀ ਕਰਾਮਾਤ ਦੇ ਬਲ ਦੇ ਨਾਲ ਬਾਬਾ ਰਾਮ ਰਾਏ ਸਾਡੇ ਦਾ ਥੱਲਿਓਂ ਨਿਕਲ ਜਾਂਦਾ ਹੈ। ਬੈਠਾ ਹੈ ਸਭ ਤੇ ਊਚੋ ਰੋਜ। ਉਹ ਰੋਜ਼ ਆਪਣੀ ਕਰਾਮਾਤ ਦੇ ਜੋਰ ਨਾਲ ਉੱਚਾ ਬੈਠਦਾ ਹੈ। ਜੇ ਤੁਹਾਡੇ ਕੋਲ ਕੋਈ ਕਰਾਮਾਤ, ਤੁਹਾਡੇ ਕੋਲ ਕੋਈ ਸ਼ਕਤੀ ਹੈ ਤੇ ਤੁਸੀਂ ਉਹਨੂੰ ਨੀਵਾਂ ਕਰ ਦਿਓ ਤੇ ਮੈਂ ਤੁਹਾਨੂੰ ਉੱਚਾ ਕਰ ਦਿਆਂਗਾ। ਪਰ ਉਹਦੇ ਕੋਲ ਸ਼ਕਤੀ ਹੈ, ਭਾਵੇਂ ਉਹ ਉਮਰ 'ਚ ਛੋਟਾ ਹੈ, 12-15 ਸਾਲ ਉਹਦੀ ਉਮਰ ਹੈ। ਉਮਰ ਆਪਾਂ ਨਹੀਂ ਦੇਖ ਸਕਦੇ, ਉਹਦੀ ਲਿਆਕਤ ਦੇਖਣੀ ਹੈ, ਉਹਦੇ ਗੁਣ ਦੇਖਣੇ ਹਨ। ਠੀਕ ਹੈ ਕਿ ਉਹ ਮੁਸਲਮਾਨ ਨਹੀਂ, ਉਹ ਗੁਰੂ ਨਾਨਕ ਦਾ ਸਿੱਖ ਹੈ, ਪਰ ਉਹਦੇ ਕੋਲ ਜਿਹੜੀ ਸ਼ਕਤੀ ਹੈ, ਜਿਹੜੀ ਉਹਦੇ ਕੋਲ ਪਾਵਰ ਹੈ, ਉਹਦੇ ਸਾਹਮਣੇ ਸਾਡਾ ਜ਼ੋਰ ਨਹੀਂ ਚੱਲਦਾ। ਦਹ ਕਿਸ ਹੂਤੇ ਹਟਾ ਹਟਾਇਓ। ਉਹ ਕਿਸੇ ਦੇ ਹਟਾਇਆ ਹਟਣ ਵਾਲਾ ਨਹੀਂ ਹੈ।
ਅਜੇ ਤਾਈਂ ਤੁਹਾਡਾ ਕੋਈ ਵੀ ਪੀਰ, ਕੋਈ ਵੀ ਕਾਜੀ ਮੁੱਲਾ ਉਹਨੂੰ ਮਾਤ ਨਹੀਂ ਪਾ ਸਕਿਆ, ਬਲਕਿ ਉਹਨੇ ਸਾਰਿਆਂ ਨੂੰ ਤੁਹਾਨੂੰ ਫੇਲ ਕੀਤਾ ਹੈ। ਜਿਸ ਕੋ ਜਸ ਸਭ ਹਿਨ ਪਰ ਛਾਇਓ, ਉਸ ਲੜਕੇ ਦਾ, ਬਾਬੇ ਰਾਮ ਰਾਏ ਦਾ ਜਸ ਸਾਰੀ ਦਿੱਲੀ ਦੇ ਵਿੱਚ ਸਾਰਿਆਂ ਦੇ ਦਿਲਾਂ ਤੇ ਛਾਇਆ ਹੋਇਆ ਹੈ। ਕਰ ਕਰ ਬੰਧਨ ਹੋਵਹਿ ਸਿੱਖਿਆ, ਲੋਕ ਉਹਨੂੰ ਆ ਕੇ ਮੱਥਾ ਟੇਕਦੇ ਨੇ, ਉਹਦੇ ਸਿੱਖ ਬਣਦੇ ਨੇ, ਉਹਦੀ ਗੁਰੂ ਬਾਣੀ ਪੜ੍ਹਦੇ ਨੇ, ਗੁਰੂ ਨਾਨਕ ਦੇ ਘਰ ਨਾਲ ਜੁੜੀ ਜਾਂਦੇ ਨੇ। ਮੈਨੂੰ ਆਪ ਵੀ ਕਈ ਵਾਰੀ ਚਿੰਤਾ ਹੁੰਦੀ ਹੈ ਬਈ ਮੇਰੇ ਦਰਬਾਰ ਵਿੱਚ ਇਹ ਮੈਂ ਕੀ ਛੇੜਾ ਛੇੜ ਬੈਠਾ ਹਾਂ। ਮੈਂ ਗਲਤੀ ਤੇ ਆਪ ਕੀਤੀ ਹੈ ਜਿਹੜੀ ਗੁਰੂ ਰਾਏ ਸਾਹਿਬ ਦੇ ਪੁੱਤਰ ਨੂੰ ਦਿੱਲੀ ਬੁਲਾਇਆ ਹੈ, ਪਰ ਹੁਣ ਮੈਂ ਕਰ ਕੁਛ ਨਹੀਂ ਸਕਦਾ। ਜੇ ਉਹ ਕਰਾਮਾਤ ਨਾ ਦਿਖਾ ਸਕਦਾ ਫਿਰ ਮੈਂ ਉਹਨੂੰ ਮੁਸਲਮਾਨ ਬਣਨ ਲਈ ਕਹਿਣਾ ਸੀ। ਜੇ ਉਹ ਮੁਸਲਮਾਨ ਵੀ ਨਾ ਬਣਦਾ ਫਿਰ ਮੈਂ ਉਹਨੂੰ ਕਤਲ ਕਰਵਾਉਣਾ ਸੀ। ਪਰ ਉਹਨੇ ਕਰਾਮਾਤਾਂ ਦਿਖਾ ਕੇ ਕਰਾਮਾਤਾਂ ਦੇ ਉਹਨੇ ਭੰਡਾਰੇ ਖੋਲ੍ਹ ਦਿੱਤੇ ਨੇ। ਨਿਤ ਨਵੀਂ ਕਰਾਮਾਤ ਉਹ ਦਿਖਾ ਦਿੰਦਾ ਹੈ। ਇਹਦੇ ਕਰਕੇ ਸਾਨੂੰ ਇੱਦਾਂ ਲੱਗਦਾ ਹੈ ਵੀ ਰਾਮ ਰਾਏ ਨੂੰ ਬੁਲਾ ਕੇ ਅਸੀਂ ਗਲਤੀ ਕੀਤੀ ਹੈ। ਉਹਨੇ ਸਾਡੇ ਮੁਸਲਮਾਨਾਂ ਦਾ ਨੱਕ ਵੱਢਿਆ ਹੈ, ਪਰ ਹੁਣ ਕਰ ਵੀ ਕੁਛ ਨਹੀਂ ਸਕਦੇ। ਉਹ ਕਰਾਮਾਤ ਦੇ ਨਾਲ ਭਰਿਆ ਹੋਇਆ ਹੈ, ਉਹਦੇ ਸਾਹਮਣੇ ਸਾਡੀ ਕੋਈ ਪੇਸ਼ ਨਹੀਂ ਜਾਂਦੀ। ਸੋਗਤ ਭਾਖਤ ਭੂਤ ਭਵਿੱਖਿਆ, ਉਹ ਬੀਤ ਸਮੇਂ ਦੀ ਗੱਲ ਵੀ ਦੱਸ ਦਿੰਦਾ ਹੈ ਤੇ ਆਉਣ ਵਾਲੇ ਫਿਊਚਰ ਦੀ ਗੱਲ ਵੀ ਦੱਸ ਦਿੰਦਾ ਹੈ। ਜਿਹੜਾ ਕੰਮ ਪਰਸੋਂ ਹੋਣਾ ਹੈ, ਸਾਲ ਨੂੰ ਹੋਣਾ ਹੈ, ਉਹ ਵੀ ਪਹਿਲਾਂ ਦੱਸ ਦਿੰਦਾ ਹੈ। ਸ਼ਾਹ ਸਾਥ ਪੁਨ ਤੁਰਕ ਬਖਾਨਾ, ਇਹ ਗੱਲ ਸੁਣ ਕੇ ਸਾਰੀ ਕਾਜੀ ਮੁਲਾਣਿਆਂ ਦੀ ਕਚਹਿਰੀ ਬੋਲੀ, ਹਮ ਸਮ ਤੁਰਕ ਨ ਤਿਨ ਕਹ ਮਾਨ ਹੈ। ਦੇਖੋ ਬਾਦਸ਼ਾਹ, ਤੁਸੀਂ ਮੰਨੀ ਜਾਓ ਰਾਮ ਰਾਏ ਨੂੰ, ਪਰ ਅਸੀਂ ਉਹਨੂੰ ਮੁਸਲਮਾਨਾਂ ਦੇ ਬਰਾਬਰ ਉੱਚਾ ਨਹੀਂ ਬਹਿਣ ਦੇਣਾ। ਅਸੀਂ ਨਹੀਂ ਮੰਨਦੇ ਵੀ ਕੋਈ ਇਸਲਾਮ ਦੇ ਬਰਾਬਰ ਵੀ ਕੋਈ ਹੋਵੇਗਾ। ਠੀਕ ਹੈ, ਬਾਬਾ ਨਾਨਕ ਆਪਣੇ ਘਰ ਹੋਵੇਗਾ, ਫਕੀਰ ਹੋਵੇਗਾ, ਸੰਤ ਹੋਵੇਗਾ, ਪਰ ਜਿਹੋ ਜਿਹੇ ਅਸੀਂ ਹਾਂ, ਸਾਡੇ ਪੈਗੰਬਰ ਮੁਸਲਮਾਨਾਂ ਦੇ ਹਜ਼ਰਤ ਮੁਹੰਮਦ ਸਾਹਿਬ ਜੀ ਹਨ, ਨਬੀ ਹਨ, ਉਹੋ ਜਿਹਾ ਕੋਈ ਨਹੀਂ ਹੈ। ਅਜ਼ਮਤ ਰੋਜ਼ ਹਜ਼ਾਰ ਰੋਹ ਕਰੈ, ਹਾਂ, ਕਹਿੰਦੇ ਬਾਬਾ ਰਾਮ ਰਾਏ ਵਰਗੇ ਹੋਰ ਵੀ ਬੜੇ ਲੋਕ ਹਜ਼ਾਰਾਂ ਹੀ ਨੇ ਕਰਾਮਾਤਾਂ ਦਿਖਾਉਣ ਵਾਲੇ। ਕਰਾਮਾਤਾਂ ਦਿਖਾਉਣ ਵਾਲੇ ਜਾਦੂਗਰ ਹੁੰਦੇ ਨੇ। ਉਹ ਨਬੀ ਹਜ਼ਰਤ ਮੁਹੰਮਦ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦੇ। ਉਹ ਸਾਡੇ ਮੁਸਲਮਾਨਾਂ ਦੇ ਧਰਮ ਦੇ ਬਰਾਬਰ ਵੀ ਨਹੀਂ ਹੋ ਸਕਦੇ। ਤਨਕ ਨਿਸ਼ਚਾ ਕਿਉਂ ਨੂੰ ਧਰੈ, ਅਸੀਂ ਨਹੀਂ ਕਿਸੇ ਤੇ ਨਿਸ਼ਚਾ ਕਰਦੇ। ਜਿੰਨੀਆਂ ਮਰਜ਼ੀ ਰਾਮ ਰਾਏ ਕੋਲ ਕਰਾਮਾਤਾਂ ਹੋਣ, ਦਿਖਾਈ ਜਾਵੇ, ਤੁਸੀਂ ਦੇਖੀ ਜਾਓ, ਪਰ ਉਹਨੂੰ ਅਸੀਂ ਇਸਲਾਮ ਦੇ ਹਿਸਾਬ ਨਾਲ ਗਲਤ ਹੀ ਕਹਾਂਗੇ। ਅਸੀਂ ਨਹੀਂ ਮੰਨਦੇ ਵੀ ਉਹ ਬੰਦਾ ਬੜਾ ਮਹਾਨ ਹੈ, ਕੋਈ ਸਾਧੂ ਸੰਤ ਹੈ। ਉਹ ਕਰਾਮਾਤਾਂ ਦਿਖਾਉਂਦਾ ਹੈ, ਦਿਖਾਈ ਜਾਵੇ, ਪਰ ਸਾਡੇ ਬਰਾਬਰ ਨਾ ਬੈਠੇ, ਉੱਚਾ ਹੋ ਕੇ ਨਾ ਬੈਠੇ। ਹਮ ਤੋ ਸ਼ਰਾ ਬੀਚ ਰਹਿ ਡਾਡੇ, ਅਸੀਂ ਤੇ ਸ਼ਰ੍ਹਾ ਵਿੱਚ ਹੀ ਖੜੇ ਰਹਿਣਾ। ਜਿਹੜੀ ਸ਼ਰ੍ਹਾ ਹੈ ਨਾ, ਇਸਲਾਮ ਦੀ ਪਾਬੰਦੀ ਹੈ ਜੋ ਸਾਡੇ ਪੈਗੰਬਰ ਨੇ ਸਾਨੂੰ ਦਿੱਤੀ ਹੈ, ਅਸੀਂ ਉਹਦੇ ਵਿੱਚ ਰਹਿਣਾ ਹੈ। ਆਪਣੇ ਮਤ ਕਹ ਰੱਖੈ ਗਾਡੇ, ਅਸੀਂ ਆਪਣੇ ਮਤ ਵਿੱਚ ਪੱਕੇ ਰਹਿਣਾ ਹੈ। ਤੁਮ ਜੇ ਅਜ਼ਮਤ ਓਜ ਬਤਾਵਹ, ਜੋ ਤੁਸੀਂ ਉਹਨਾਂ ਦੀ ਕਰਾਮਾਤਾਂ ਦੇ ਤਾਕਤ ਦੱਸਦੇ ਹੋ ਵੀ ਬਾਬੇ ਰਾਮ ਰਾਏ ਕੋਲ ਕਰਾਮਾਤਾਂ ਦੀ ਸ਼ਕਤੀ ਹੈ, ਆਜ ਨ ਚੌਂਕੀ ਬੀਚ ਡਸਾਵਹ, ਤੇ ਫਿਰ ਅੱਜ ਆਪਾਂ ਇਦਾਂ ਕਰਨਾ, ਅੱਜ ਉਹਦੀ ਚੌਂਕੀ ਨਹੀਂ ਲੱਗਣ ਦੇਣੀ। ਅੱਜ ਕਚਹਿਰੀ ਵਿੱਚ ਆਵੇਗਾ ਤੇ ਚੌਂਕੀ 'ਤੇ ਨਹੀਂ ਬੈਠਣ ਦੇਣਾ, ਚੌਂਕੀ ਡਾਹਣੀ ਨਹੀਂ। ਤੁਸੀਂ ਚੌਂਕੀ ਨਾ ਡਵਾਓ, ਜਿੱਥੇ ਆ ਕੇ ਬਹਿਣਾ ਬਹਿ ਜਾਏਗਾ, ਖਲੋਣਾ ਖਲੋਤਾ ਰਹੇਗਾ, ਪਰ ਅੱਜ ਬਾਬੇ ਰਾਮ ਰਾਏ ਦੀ ਚੌਂਕੀ ਨਾ ਲਵਾਓ। ਸਭ ਮੈਂ ਬੈਠ ਜਾਹੇ ਗੋ ਸੋਏ, ਜਿਵੇਂ ਦੂਜੇ ਕਾਜੀ ਮੁਲਾਣੇ ਬਜ਼ੁਰਗ ਬੈਠੇ ਹੁੰਦੇ ਨੇ ਇੱਕ ਪਾਸੇ, ਉਹ ਵੀ ਬਹਿ ਜਾਏਗਾ, ਪਰ ਬਰਾਬਰ ਉੱਚੀ ਚੌਂਕੀ ਦੇ ਉੱਤੇ ਤੁਹਾਡੇ ਬਰਾਬਰ ਨਹੀਂ ਬੈਠਣ ਦੇਣਾ। ਨਾ ਹਿਤ ਆਗਿਆ ਠਾਡੋ ਹੋਏ, ਨਹੀਂ ਤਾਂ ਜਿਵੇਂ ਦੂਜੇ ਖੜੇ ਰਹਿੰਦੇ ਨੇ ਉਵੇਂ ਖੜਾ ਰਹੇਗਾ। ਇਮ ਕਰ ਆਪਨੋ ਦੋਸ਼ ਮਿਟਾਵਹ, ਇਸ ਤਰ੍ਹਾਂ ਤੁਸੀਂ ਆਪਣੇ ਤੇ ਇਲਜ਼ਾਮ ਵੀ ਨਾ ਲੱਗਣ ਦਿਓ। ਇਸਲਾਮ ਦੇ ਵਿੱਚ ਬਹੁਤ ਲੋਕ ਤੁਹਾਡੀ ਚਰਚਾ ਕਰ ਰਹੇ ਨੇ, ਮੁਸਲਮਾਨ ਤੁਹਾਡੇ ਤੋਂ ਬੜੇ ਦੁਖੀ ਨੇ ਵੀ ਤੁਸੀਂ ਮੁਸਲਮਾਨਾਂ ਦੇ ਬਾਦਸ਼ਾਹ ਹੋ ਕੇ ਇੱਕ ਗੁਰੂ ਨਾਨਕ ਦੀ ਗੱਦੀ ਦੇ ਸਿੱਖ ਨੂੰ, ਬਾਬੇ ਰਾਮ ਰਾਏ ਨੂੰ ਇੰਨਾ ਮਾਣ ਦਿੰਦੇ ਹੋ। ਇਹ ਆਪਣੇ ਤੇ ਜਿਹੜਾ ਕਲੰਕ ਲੱਗ ਰਿਹਾ ਇਹਨੂੰ ਹਟਾ ਦਿਓ। ਗਨ ਤੁਰ ਕਨ ਮਹਿ ਭਲੇ ਕਹਾਵਹ, ਤੇ ਮੁਸਲਮਾਨਾਂ ਵਿੱਚ ਤੁਹਾਡੀ ਬੜੀ ਤਾਰੀਫ ਹੋਵੇਗੀ।
ਕਹਿਣਗੇ ਵੀ ਬਾਦਸ਼ਾਹ ਨੇ ਚੰਗਾ ਕੀਤਾ ਜਿਹੜਾ ਰਾਮ ਰਾਏ ਨੂੰ ਪਿੱਛੇ ਕਰ ਦਿੱਤਾ ਹੈ। ਇਤਿਆਦਿਕ ਬਹੁ ਕਹਿ ਸਮਝਾਵਹੁ। ਇਸ ਤਰ੍ਹਾਂ ਬਾਦਸ਼ਾਹ ਨੂੰ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ ਸਮਝਾ ਦਿੱਤਾ, ਕੰਨ ਭਰ ਦਿੱਤੇ। ਨਿਸ਼ਚਾ ਹਿਰਦੇ ਸ਼ਾਹੇ ਮਿਟਾਵਹੁ। ਕਹਿੰਦੇ ਬਾਦਸ਼ਾਹ ਦੇ ਮਨ ਦਾ ਨਿਸ਼ਚਾ ਤੋੜਨ ਵਾਸਤੇ ਪੂਰੀ ਵਾਹ ਲਾਈ ਇਹਨਾਂ ਕਾਜ਼ੀਆਂ ਨੇ। ਤਿਸ ਦਿਨ ਸਭਾ ਲਗੀ ਜਬ ਆਏ। ਸਾਧ ਸੰਗਤ ਜੀ, ਹੁਣ ਜਿਹੜੀ ਸਿੱਖਿਆ ਹੁੰਦੀ ਹੈ ਨਾ, ਇਹ ਕਹਿੰਦੇ ਪੱਥਰ ਪਾੜ ਦਿੰਦੀ ਹੈ। ਸਿੱਖਿਆ ਬੜੀ ਭੈੜੀ ਚੀਜ਼ ਹੈ। ਭੈੜੀ ਸਿੱਖਿਆ ਵੀ ਚੰਗੀ ਮਿਲ ਜੇ ਤੇ ਬੰਦਾ ਉੱਪਰ ਹੋ ਜਾਂਦਾ, ਭੈੜੀ ਮਿਲ ਜੇ ਤੇ ਬੰਦਾ ਖੂਜ ਡਿੱਗ ਪੈਂਦਾ। ਔਰੰਗਜ਼ੇਬ ਨੂੰ ਕਾਜ਼ੀਆਂ ਮੁਲਾਣਿਆਂ ਨੇ ਭੈੜੀ ਸਿੱਖਿਆ ਦਿੱਤੀ ਵੀ ਬਾਬੇ ਰਾਮ ਰਾਏ ਦੀ ਚੌਂਕੀ ਅੱਜ ਨਹੀਂ ਲੱਗਣ ਦੇਣੀ। ਜਿੱਥੇ ਆ ਕੇ ਥੱਲੇ ਦੂਜੇ ਕਾਜ਼ੀ ਮੁਲਾਣੇ ਬਹਿੰਦੇ ਬਹਿ ਜਾਵੇ ਜਾਂ ਖਲੋਤਾ ਰਵੇ, ਉਹਨੂੰ ਚੌਂਕੀ ਤੇ ਉੱਚਾ ਨਹੀਂ ਬਹਿਣ ਦੇਣਾ। ਸੋ ਅੱਜ ਜਦੋਂ ਬਾਬਾ ਜੀ ਨੇ ਆਉਣਾ ਸੀ, ਉਹਨਾਂ ਦੀ ਚੌਂਕੀ ਨਹੀਂ ਲਾਈ। ਤਹਾਂ ਨ ਚੌਂਕੀ ਦਈ ਬਿਛਾਏ। ਜਿੱਥੇ ਚੌਂਕੀ ਵਿਛਾਉਂਦੇ ਸੀ, ਚੰਦਨ ਦੀ ਚੌਂਕੀ ਦੇ ਉੱਤੇ ਸੋਹਣੇ ਬਿਸਤਰੇ ਕੱਪੜੇ ਵਿਛਾ ਕੇ ਰੱਖਦੇ ਸੀ ਨੌਕਰ ਚਾਕਰ, ਬਾਬਾ ਰਾਮ ਰਾਏ ਜੀ ਆ ਕੇ ਚੌਂਕੀ ਤੇ ਬਹਿ ਜਾਂਦੇ ਸੀ। ਬਾਦਸ਼ਾਹ ਨਾਲ ਘੰਟਾ 2 ਘੰਟੇ ਗੱਲਬਾਤ ਕਰਕੇ ਆਪਣੇ ਡੇਰੇ ਚਲੇ ਜਾਂਦੇ ਸੀ ਮਜਨੂ ਦੇ ਟਿੱਲੇ। ਅੱਜ ਬਾਦਸ਼ਾਹ ਦੀ ਕਚਹਿਰੀ ਵਿੱਚ ਚੌਂਕੀ ਨਹੀਂ ਲਾਈ ਗਈ। ਆਪਣੋ ਸਮੋ ਜਾਣ ਕਰ ਮਨ ਮੈਂ। ਬਾਬਾ ਰਾਮ ਰਾਏ ਜੀ ਆਪਣਾ ਸਮਾਂ ਜਾਣ ਕੇ ਕਚਹਿਰੀ ਵਿੱਚ ਜਾਣਦਾ। ਗੁਰਨੰਦਨ ਆਇਓ ਤਿਸ ਛਿਨ ਮੈਂ। ਸਤਿਗੁਰੂ ਰਾਏ ਸਾਹਿਬ ਦੇ ਸਪੁੱਤਰ ਬਾਬਾ ਰਾਮ ਰਾਏ ਜੀ ਆਏ ਹਨ ਕਚਹਿਰੀ ਵਿੱਚ। ਦੇਖ ਸਭਾ ਕੋ ਸਭਨ ਖਟਾਈ। ਬਾਬਾ ਜੀ ਅੰਤਰਜਾਮੀ ਸਨ, ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਰਾ ਕੁਝ ਪਹਿਲਾਂ ਹੀ ਜਾਣਦੇ ਸਨ। ਜਦੋਂ ਕਚਹਿਰੀ 'ਚ ਵੜੇ, ਉਹਨਾਂ ਨੇ ਦੇਖਿਆ ਅੱਜ ਸਾਡੇ ਬਹਿਣ ਵਾਲਾ ਆਸਣ ਨਹੀਂ ਲੱਗਾ ਹੋਇਆ, ਅੱਜ ਸਾਡੀ ਚੌਂਕੀ ਨਹੀਂ ਉਡਾਈ ਇਹਨਾਂ ਨੇ। ਸਭਾ ਦੇ ਵਿੱਚ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ ਬੇਈਮਾਨੀ ਕੀਤੀ ਹੈ, ਇਹਨਾਂ ਕਾਜ਼ੀਆਂ ਮੁਲਾਣਿਆਂ ਨੇ ਖੁਟਿਆਈ ਕੀਤੀ ਹੈ। ਕਹਿ ਸ਼ਾਹੋ ਲੀਨ ਪਰਮਾਈ। ਇਹਨਾਂ ਨੇ ਬਾਦਸ਼ਾਹ ਨੂੰ ਭਰਮਾ ਲਿਆ ਹੈ ਆਪਣੀਆਂ ਗੱਲਾਂ ਨਾਲ। ਗਨ ਤੁਰਕਨ ਕਹ ਦੋਸ਼ ਵਿਚਾਰਾ। ਇਹਨਾਂ ਤੁਰਕਾਂ ਦਾ, ਸਾਰਿਆਂ ਦਾ, ਪਾਪੀਆਂ ਦਾ ਪਾਪ ਬਾਬਾ ਰਾਮ ਰਾਏ ਜੀ ਨੇ ਸਮਝ ਲਿਆ। ਮਹਾਂਪੁਰਸ਼ ਸਨ, ਸਾਰੀ ਗੱਲ ਨੂੰ ਜਾਣਦੇ ਸਨ। ਉਹਨਾਂ ਨੇ ਜਾਣ ਲਿਆ ਵੀ ਇਹਨਾਂ ਦੇ ਮਨ 'ਚ ਖੁਟਿਆਈ ਹੈ, ਈਰਖਾ ਹੈ। ਈਰਖਾ ਦੇ ਨਾਲ ਇਹਨਾਂ ਨੇ ਬਾਦਸ਼ਾਹ ਦੇ ਕੰਨ ਭਰ ਕੇ ਸਾਡੀ ਚੌਂਕੀ ਨਹੀਂ ਲੱਗਣ ਦਿੱਤੀ ਦਰਬਾਰ ਦੇ ਵਿੱਚ। ਬਹੁ ਮੂਰਖ ਮਤ ਮੰਦ ਗਵਾਰਾ। ਇਹ ਮੂਰਖ ਹਨ, ਹੰਕਾਰੀ ਹਨ, ਗਵਾਰ ਬਿਰਤੀ ਇਹਨਾਂ ਦੀ ਪਸ਼ੂ ਬਿਰਤੀ ਹੈ। ਦੇਖੀ ਸੋ ਜਨੀ ਜਹਾਂ ਡਸਾਈ। ਜਿੱਥੇ ਬਾਬਾ ਜੀ ਬਹਿੰਦੇ ਸੀ ਨਾ ਚੌਂਕੀ ਦੇ ਉੱਤੇ, ਉੱਥੇ ਅੱਜ ਸਿਰਫ ਇੱਕ ਕੱਪੜਾ ਵਿਛਾਇਆ ਹੋਇਆ, ਚਾਦਰ ਵਿਛਾਈ ਹੋਈ ਛੋਟੀ ਜੀ। ਬਾਬਾ ਜੀ ਉੱਥੇ ਪਹੁੰਚ ਗਏ। ਤਹਤੇ ਉੱਚੀ ਭੂਮ ਉਠਾਈ। ਤੇ ਜਿੰਨੀ ਉੱਚੀ ਚੌਂਕੀ ਹੁੰਦੀ ਸੀ ਨਾ, ਬਾਬਾ ਜੀ ਨੇ ਜ਼ਮੀਨ ਉਹਨੀ ਉੱਚੀ ਕਰ ਲਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਬਹਿਣ ਲੱਗੇ, ਜਿੱਥੇ ਜਿੰਨਾ ਚੌਂਕੀ ਦੇ ਨਾਲ ਜਗ੍ਹਾ ਉੱਚੀ ਹੁੰਦੀ ਸੀ, ਓਨੀ ਕੁ ਜ਼ਮੀਨ ਉੱਚੀ ਹੋ ਗਈ ਹੈ। ਚੌਂਕੀ ਕੇ ਸਮ ਉਰਦ ਉਠਾਏ। ਕਹਿੰਦੇ ਚੌਂਕੀ ਦੇ ਬਰਾਬਰ ਉੱਚੇ ਹੋ ਗਏ ਹਨ। ਜਿੰਨਾ ਰੋਜ਼ ਉੱਚੇ ਹੋ ਕੇ ਬਹਿੰਦੇ ਸੀ, ਓਨਾ ਉੱਚਾ ਹੋ ਕੇ ਅੱਜ ਵੀ ਸਜ ਗਏ ਹਨ। ਸਭ ਤੇ ਉੱਚੇ ਹੋਏ ਅਧਕਾਏ। ਸਾਰੇ ਕਾਜ਼ੀਆਂ ਮੁਲਾਣਿਆਂ ਨਾਲੋਂ ਜਗ੍ਹਾ ਉੱਚੀ ਕਰ ਲਈ ਤੇ ਚੌਂਕੜਾ ਮਾਰ ਕੇ ਬੜੇ ਆਰਾਮ ਨਾਲ ਕੱਲ੍ਹ ਦੀ ਤਰ੍ਹਾਂ ਅੱਜ ਫਿਰ ਬੈਠ ਗਏ। ਭਾਵੇਂ ਉਹਨਾਂ ਨੇ ਚੌਂਕੀ ਨਹੀਂ ਸੀ ਲਾਈ, ਪਰ ਚੌਂਕੀ ਨਾਲੋਂ ਵੀ 2 ਇੰਚ ਉੱਚਾ ਕਰ ਲਿਆ ਆਸਣ ਅੱਜ ਆਪਣਾ। ਸਮ ਹਮੇਸ਼ ਕੇ ਭਇਓ ਉਤੰਗ। ਜਿਵੇਂ ਰੋਜ਼ ਉੱਚੇ ਹੋ ਕੇ ਬਹਿੰਦੇ ਸੀ, ਅੱਜ ਫੇਰ ਉੱਚੇ ਹੋ ਕੇ ਹੀ ਬੈਠੇ ਮਹਾਂਪੁਰਸ਼। ਬੈਠ ਗਏ ਸਭ ਮਹਿਤੁਤ ਸੰਗ। ਬਾਬਾ ਰਾਮ ਰਾਏ ਜੀ ਸਤਿਗੁਰਾਂ ਦੇ ਸਾਹਿਬਜ਼ਾਦੇ ਸਾਰਿਆਂ ਤੋਂ ਉੱਚੇ ਹੋ ਕੇ ਉੱਦਾਂ ਹੀ ਬੈਠ ਗਏ, ਚੌਂਕੜਾ ਮਾਰ ਕੇ ਚੌਂਕੀ ਬਣੀ ਬਣਾਈ। ਮਹਾਂਪੁਰਸ਼ਾਂ ਨੂੰ ਭਲਾ ਤੁਹਾਡੀਆਂ ਚੌਂਕੀਆਂ ਦੀ ਕੀ ਮੁਥਾਜੀ ਹੈ। ਗੁਰੂ ਨਾਨਕ ਦੀ ਕਿਰਪਾ ਨਾਲ ਸਭ ਕੁਝ ਹੋ ਸਕਦਾ ਹੈ। ਇੱਕ ਸਿਓ ਸ਼ਾਹੋ ਰੁਮਾਲ ਬਦਨ ਦੇ। ਕਹਿੰਦੇ ਬਾਦਸ਼ਾਹ ਮੂੰਹ ਦੇ ਉੱਤੇ ਨਾ ਹੱਥ ਰੁਮਾਲ ਦੇ ਕੇ ਹੱਸਣ ਲੱਗ ਪਿਆ। ਬਾਦਸ਼ਾਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਦੇਖੋ ਇਹਨਾਂ ਕਾਜ਼ੀਆਂ ਮੁਲਾਣਿਆਂ ਨੇ ਬਾਬੇ ਰਾਮ ਰਾਏ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਸ ਨੂੰ ਪਰਮੇਸ਼ਰ ਉੱਚਾ ਕਰਦਾ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜੇ ਕੋਈ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਜਿਹਨੂੰ ਪਰਮੇਸ਼ਰ ਨੇ ਵੱਡਾ ਕੀਤਾ ਹੋਵੇ, ਉਹਨੂੰ ਬੰਦਾ ਨੀਵਾਂ ਨਹੀਂ ਕਰ ਸਕਦਾ।
ਕਾਜੀ ਮੁਲਾਣੇ ਵੇਖਦੇ ਰਹਿ ਗਏ ਹਨ। ਨਿਸ਼ਚੈ ਬਿਖੈ ਅਦਕ ਹੀ ਮਨ ਦੇ। ਬਾਦਸ਼ਾਹ ਦਾ ਨਿਸ਼ਚਾ ਹੋਰ ਪੱਕਾ ਹੋ ਗਿਆ ਵੀ ਬਾਬਾ ਰਾਮ ਰਾਏ ਨੂੰ ਕੋਈ ਨਹੀਂ ਹਰਾ ਸਕਦਾ। ਕਿਆ ਅਬ ਕਹਿ ਨ ਬਸ ਸੋ ਬਸਾਵੈ। ਕਹਿੰਦੇ ਹੁਣ ਇਹ ਕਾਜੀ ਮੁਲਾਣੇ ਕੀ ਕਹਿ ਸਕਦੇ ਨੇ, ਕੁਸਕ ਵੀ ਨਹੀਂ ਸਕਦੇ, ਬੋਲ ਵੀ ਨਹੀਂ ਸਕਦੇ, ਵਾਸ ਹੀ ਨਹੀਂ ਚੱਲਦਾ ਇਹਨਾਂ ਦਾ ਕੋਈ। ਕੌਣ ਮੂਡ ਹੋਏ ਤਰੇ ਬਿਠਾਵੈ। ਕੌਣ ਮੂਰਖ ਇਹਨਾਂ ਨੂੰ ਥੱਲੇ ਬਿਠਾ ਸਕਦਾ ਹੈ। ਕਿਸੇ ਦੀ ਮਜਾਲ ਹੀ ਨਹੀਂ, ਕਿਸੇ ਦੀ ਜੁਰਤ ਹੀ ਨਹੀਂ। ਪਰਮੇਸ਼ਰ ਵਾਹਿਗੁਰੂ ਵੱਲ ਜਿਨ੍ਹਾਂ ਵੱਲ ਹੱਥ ਕਰ ਦਿੰਦਾ ਹੈ ਉਹਨਾਂ ਨੂੰ ਕੋਈ ਨੀਵਾਂ ਨਹੀਂ ਕਰ ਸਕਦਾ। ਚੌਂਕੀ ਸਮ ਉੱਚੀ ਕਰ ਧਰਨੀ। ਧਰਤੀ ਜਿਹੜੀ ਸੀ ਚੌਂਕੀ ਦੇ ਤਰ੍ਹਾਂ ਉੱਚੀ ਕਰ ਦਿੱਤੀ ਹੈ। ਬੈਠਿਓ ਅਜ਼ਮਤ ਕੀ ਕਰ ਕਰਨੀ। ਤੇ ਉਹਦੇ ਉੱਤੇ ਆਪਣੀ ਕਰਾਮਾਤ ਦੇ ਨਾਲ ਉੱਚੇ ਹੋ ਕੇ ਬਿਰਾਜ ਗਏ ਹਨ। ਸਭ ਤੋਂ ਉੱਚੋ ਬੈਠ ਸੁਹਾਵਤ। ਸਾਰੇ ਕਾਜ਼ੀਆਂ ਮੁਲਾਣਿਆਂ ਨਾਲੋਂ ਉੱਚੇ ਹੋ ਕੇ ਬੈਠੇ ਨੇ ਸਾਰਿਆਂ ਤੋਂ ਬਾਬਾ ਜੀ। ਮਹਿਦ ਸ਼ਕਤ ਜੁਤ ਸਭਾ ਦਬਾਵਤ। ਆਪਣੀ ਸ਼ਕਤੀ ਨਾਲ ਸਾਰੀ ਸਭਾ ਨੂੰ, ਸਾਰੇ ਦਰਬਾਰੀਆਂ ਨੂੰ ਦਬਾ ਲੈਂਦੇ ਨੇ। ਮੁਸਲਮਾਨਾਂ ਵਿੱਚ ਵੀ ਕਈ ਉੱਥੇ ਲੋਕ ਸਨ ਜਿਹੜੇ ਮਾੜੇ ਮੋਟੇ ਜਾਲੀਏ ਚੂੜੀਏ ਕੱਟ ਕੇ ਧਾਗੇ ਤਵੀਤ, ਜਾਦੂ ਟੂਣੇ, ਕਰਾਮਾਤਾਂ, ਸ਼ਕਤੀਆਂ, ਰਿਧੀਆਂ ਸਿੱਧੀਆਂ, ਕਾਲਾ ਇਲਮ ਇੱਦਾਂ ਦੀ ਵਿੱਦਿਆ ਜਾਣਦੇ ਸਨ। ਪਰ ਉਹ ਬਾਬਾ ਰਾਮ ਰਾਏ ਜੀ ਦੇ ਆਇਆਂ ਭਿੱਜੀ ਬਿੱਲੀ ਦੀ ਤਰ੍ਹਾਂ ਹੋ ਜਾਂਦੇ ਸਨ। ਉਹਨਾਂ ਨੂੰ ਪਤਾ ਸੀ ਵੀ ਇਹ ਸਾਡੀ ਕਰਾਮਾਤ ਇਹਦੇ ਸਾਹਮਣੇ ਚੱਲਣੀ ਕੋਈ ਨਹੀਂ। ਚਲਾਉਣ ਦੀ ਕੋਸ਼ਿਸ਼ ਵੀ ਕਰਦੇ ਸੀ ਅੰਦਰ ਖਾਤੇ, ਪਰ ਬਾਬਾ ਜੀ ਵੱਲ ਜਦੋਂ ਵੇਖਦੇ ਸੀ ਅੱਗੋਂ ਸੇਕ ਪੈਂਦਾ ਸੀਗਾ। ਜਿਹੜੀਆਂ ਸਾਧ ਸੰਗਤ ਜੀ ਮੰਤਰ ਜੰਤਰ ਕਲਮਾ ਕੁਲਮਾ ਪੜ੍ਹ ਕੇ ਕਰਾਮਾਤਾਂ ਬਣਾਈਆਂ ਜਾਂਦੀਆਂ ਨਾ, ਉਹ ਕਰਾਮਾਤਾਂ ਜਾਦੂ ਟੂਣੇ, ਧਾਗੇ ਤਵੀਤ, ਜੇ ਵੋ ਖੇ ਸਵਾਹ ਨਾਮ ਦੀ ਸ਼ਕਤੀ ਦੇ ਸਾਹਮਣੇ ਥੋੜ੍ਹਾ ਪਹੁੰਚ ਸਕਦੀਆਂ। ਇਹ ਗੁਰੂ ਨਾਨਕ ਸਾਹਿਬ ਨਾਮ ਦੀ ਕਮਾਈ ਕੀਤੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਨਾਮ ਦੀ ਕਮਾਈ ਗੁਰੂ ਨਾਨਕ ਦੇ ਖਜ਼ਾਨੇ ਵਿੱਚੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਦਾਤ ਦਿੱਤੀ ਹੈ। ਜਾ ਬੇਟਾ ਰਾਮ ਰਾਏ, ਜੋ ਤੂੰ ਕਹੇਗਾ ਹੋ ਜਾਏਗਾ। ਇਹ ਕੋਈ ਕਰਾਮਾਤ, ਕੋਈ ਰਿੱਧੀ ਸਿੱਧੀ, ਕੋਈ ਜਾਦੂ ਟੂਣਾ ਥੋੜਾ, ਇਹ ਤਾਂ ਦਰਗਾਹੀ ਬਖਸ਼ਿਸ਼ ਹੈ। ਉਹਦੇ ਸਾਹਮਣੇ ਫਿਰ ਇਹਨਾਂ ਤੁਰਕਾਂ ਦੀ ਕੋਈ ਪੇਸ਼ ਨਹੀਂ ਜਾਂਦੀ। ਕਿਮ ਜ਼ਮੀਨ ਉੱਚੀ ਹੋ ਗਈ। ਸਾਰੇ ਤੁਰਕ ਹੈਰਾਨ ਵੀ ਆ ਜ਼ਮੀਨ ਕਿਵੇਂ ਉੱਚੀ ਹੋ ਗਈ। ਆਪਣੇ ਆਪ ਥੱਲਿਓਂ ਇਹ ਜਿੰਨੀ ਚੌਂਕੀ ਉੱਚੀ ਹੁੰਦੀ ਸੀ ਓਨੀ ਉੱਚੀ ਜ਼ਮੀਨ ਹੋ ਗਈ। ਉਹਦੇ ਉੱਤੇ ਬਹਿ ਕੇ ਚੌਂਕੜਾ ਲਾ ਕੇ ਜਿਵੇਂ ਰੋਜ਼ ਬੈਠਦੇ ਚੌਂਕੀ ਦੇ ਉੱਤੇ। ਸਕਲ ਸਬਾਪਿਕ ਬਿਸਮੈ ਭਈ। ਸਾਰੀ ਕਚਹਿਰੀ ਬਾਦਸ਼ਾਹ ਦੀ ਵੇਖ ਕੇ ਹੈਰਾਨ ਹੋ ਗਈ। ਸਭ ਤੇ ਉੱਚੋ ਆਏ ਬਿਰਾਜਾ। ਸਾਰਿਆਂ ਤੋਂ ਉੱਚੇ ਬਾਬਾ ਰਾਮ ਰਾਏ ਜੀ ਬਿਰਾਜ ਗਏ। ਦੇਖ ਦੇਖ ਦੁਸ਼ਟਨ ਗਨ ਲਾਜਾ। ਦੇਖ ਦੇਖ ਕੇ ਦੁਸ਼ਟ ਸਾਰੇ ਸ਼ਰਮਿੰਦੇ ਹੋ ਗਏ। ਜਿਨ੍ਹਾਂ ਨੇ ਇਹ ਸਾਜ਼ਿਸ਼ ਘੜੀ ਸੀ, ਬਾਦਸ਼ਾਹ ਦੇ ਕੰਨ ਭਰੇ ਸੀ, ਬਾਦਸ਼ਾਹ ਨੂੰ ਕਹਿ ਸੁਣ ਕੇ ਇਹਨਾਂ ਨੇ ਪਾਪ ਕੀਤਾ ਸੀ ਵੀ ਬਾਬਾ ਜੀ ਨੂੰ ਥੱਲੇ ਬਿਠਾਓ, ਉਹ ਸਾਰੇ ਹੁਣ ਅੱਖਾਂ ਨੀਵੀਆਂ ਕਰਦੇ ਤੇ ਬਾਦਸ਼ਾਹ ਮੂੰਹ ਤੇ ਰੁਮਾਲ ਰੱਖ ਕੇ ਹੱਸਦਾ ਹੈ। ਸਨਮਾਨਤ ਨੌ ਰੰਗ ਕਹਿ ਬਾਤ। ਬਾਦਸ਼ਾਹ ਨੇ ਬੜੇ ਸਨਮਾਨ ਨਾਲ, ਆਓ ਬਾਬਾ ਜੀ, ਜੀ ਆਇਆਂ ਨੂੰ, ਏਦਾਂ ਸਨਮਾਨ ਨਾਲ ਬਚਨ ਕੀਤੇ ਹਨ। ਕਰਹਿ ਕੁਟਿਲਤਾ ਨਹਿ ਬਖਿਆਤ। ਤੇ ਬਾਦਸ਼ਾਹ ਹੁਣ ਬਾਬਾ ਜੀ ਨਾਲ ਕੋਈ ਕੁਟਲਤਾ ਨਹੀਂ ਕਰਦਾ। ਉਹਨੂੰ ਪਤਾ ਹੈ ਵੀ ਇਹਨਾਂ ਦੇ ਸਾਹਮਣੇ ਮੇਰੀ ਕੋਈ ਪੇਸ਼ ਨਹੀਂ ਹੋ ਜਾਣੀ। ਸਭਾ ਉਠੀ ਪੁਨ ਡੇਰਨ ਆਏ। ਕਚਹਿਰੀ ਬਰਖਾਸਤ ਹੋ ਗਈ। ਬਾਦਸ਼ਾਹ ਦੇ ਸਾਰੇ ਦਰਬਾਰੀ ਆਪੋ ਆਪਣੇ ਡੇਰਿਆਂ ਨੂੰ, ਘਰਾਂ ਨੂੰ ਚਲੇ ਗਏ ਤੇ ਬਾਬਾ ਜੀ ਵੀ ਉੱਠ ਕੇ ਆ ਗਏ। ਮਿਲ ਮਿਲ ਕਹੇ ਰਹੇ ਬਿਸਮਾਏ। ਤੇ ਕਾਜੀ ਮੁਲਾਣੇ ਆਪਣੇ ਆਪਣੇ ਘਰਾਂ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਦੇ ਐ, ਬੜੇ ਹੈਰਾਨ ਹਨ। ਅਗਲੇ ਦਿਨ ਪੁਨ ਗਏ ਮੁਲਾਨੇ। ਅਗਲੇ ਦਿਨ ਕਾਜੀ ਮੁਲਾਣੇ ਫਿਰ ਕਚਹਿਰੀ 'ਚ ਗਏ ਹਨ। ਵਿਖਿਓ ਔਜ ਤਿਨ ਸ਼ਾਹ ਬਖਾਨੇ। ਤੇ ਬਾਦਸ਼ਾਹ ਉਹਨਾਂ ਨੂੰ ਕਹਿਣ ਲੱਗਾ, ਅਜ਼ਮਤ ਮਹਿ ਬਿਲਾਸ ਸਭ ਰੀਤੀ। ਕਹਿਣ ਲੱਗੇ, ਦੇਖੋ ਬਾਬਾ ਰਾਮ ਰਾਏ ਕਰਾਮਾਤਾਂ ਸ਼ਕਤੀਆਂ ਨਾਲ ਵੱਡਾ ਹੈ ਤੁਹਾਡੇ ਤੋਂ। ਕਹੋ ਕੌਣ ਕਿਮ ਲੈ ਵਹਿ ਜੀਤੀ। ਦੱਸੋ ਉਹਨੂੰ ਕੌਣ ਜਿੱਤ ਸਕਦਾ, ਕਿਵੇਂ ਜਿੱਤ ਸਕਦਾ? ਜਿਹਦੇ ਕੋਲ ਰੂਹਾਨੀ ਪਾਵਰ ਹੈ, ਜਿਹਦੇ ਕੋਲ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਉਹਨੂੰ ਜਿੱਤਣਾ ਬੜਾ ਔਖਾ ਹੈ। ਗੁਪਤ ਰਿਦਨ ਕੋ ਅੰਤਰ ਜਾਮੀ। ਬਾਬਾ ਰਾਮ ਰਾਏ ਸਾਡੇ ਦਿਲਾਂ ਦੀ ਗੁਪਤ ਗੱਲ ਵੀ ਜਾਣਦਾ ਹੈ। ਕਰਹਿ ਬਿਖਮ ਤੇ ਬਿਖਮ ਜੁਕਾਮੀ। ਔਖੇ ਤੋਂ ਔਖਾ ਕੰਮ ਵੀ ਬਾਬਾ ਰਾਮ ਰਾਏ ਕਰ ਦਿੰਦਾ ਹੈ। ਸੁਨਤ ਸ਼ਰੀਅਨ ਪੁਨਹ ਬਖਾਨੀ। ਇਹ ਗੱਲ ਸੁਣ ਕੇ ਜਿਹੜੇ ਸ਼ਰਈ ਸਨ ਨਾ, ਕੱਟੜ ਮੁਸਲਮਾਨ, ਉਹਨਾਂ ਨੇ ਬਾਦਸ਼ਾਹ ਨੂੰ ਆਖਿਆ, ਇੱਕ ਬਿਦ ਸੋ ਅਜ਼ਮਤ ਹੋਏ ਹਾਨੀ। ਬਾਬਾ ਜੀ, ਬਾਬਾ ਰਾਮ ਰਾਏ ਦੇ ਖਿਲਾਫ ਕਾਜੀ ਮੁਲਾਣੇ ਸੋਚਦੇ ਰਹਿੰਦੇ ਸੀ, ਨਵੀਂ ਤੋਂ ਨਵੀਂ ਸਾਜ਼ਿਸ਼ ਘੜਦੇ ਸੀ, ਨਵੇਂ ਤੋਂ ਨਵਾਂ ਪੁੱਠਾ ਉਹਨਾਂ ਨੇ ਕੰਮ ਸੋਚਣਾ ਵੀ ਬਾਬੇ ਰਾਮ ਰਾਏ ਦੀ ਕਿਸੇ ਤਰ੍ਹਾਂ ਨਾਲ ਹੇਠੀ ਹੋ ਜਾਵੇ,
ਉਹਦੀ ਤਾਕਤ ਖਤਮ ਹੋ ਜਾਵੇ। ਬਾਦਸ਼ਾਹ ਨੂੰ ਕਹਿੰਦੇ, ਬਾਦਸ਼ਾਹ ਇੱਕ ਤਰੀਕੇ ਨਾਲ ਬਾਬੇ ਰਾਮ ਰਾਏ ਦੀ ਕਰਾਮਾਤ ਘਟ ਸਕਦੀ, ਸ਼ਕਤੀ ਖਤਮ ਹੋ ਸਕਦੀ ਹੈ। ਲਿਖਿਓ ਗ੍ਰੰਥ ਸਾਹਿਬ ਹੈ ਜੋਈ। ਜਿਹੜਾ ਇਹਨਾਂ ਦੇ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਗ੍ਰੰਥ ਸਾਹਿਬ ਲਿਖਿਆ ਹੈ, ਤਿਨ ਸਭ ਹਿਨ ਕਹ ਗੁਰ ਹੈ ਸੋਈ। ਇਹ ਸਾਰੇ ਸਿੱਖਾਂ ਦਾ ਗੁਰੂ ਹੈ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੱਦੀ ਤਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ 10ਵੇਂ ਜਾਮੇ 'ਚ ਦਿੱਤੀ ਹੈ, ਪਰ ਇਹਨੂੰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਤੋਂ ਹੀ ਮੰਨਿਆ ਜਾਂਦਾ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹ ਬਾਣੀ ਗੁਰੂ ਹੈ, ਇਹ ਸਦਾ ਹੀ ਗੁਰੂ ਹੈ, ਇਹ ਚੌਹਾਂ ਯੁੱਗਾਂ ਵਿੱਚ ਹੀ ਗੁਰੂ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਣੀ ਤੋਂ ਵੱਡਾ ਕੋਈ ਨਹੀਂ। ਕਾਜੀ ਮੁਲਾਣੇ ਵੀ ਜਾਣਦੇ ਸੀਗੇ, ਕਹਿਣ ਲੱਗੇ ਜਿਹੜਾ ਇਹਨਾਂ ਦਾ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ, ਚੌਂਕੀ ਉੱਪਰ ਸੁਜਨੀ ਤਰੇ। ਇਦਾਂ ਕਰੀਏ, ਉਹਦੇ ਪੱਤਰੇ ਪਾੜ ਕੇ ਨਾ, ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਆਪਾਂ ਚੌਂਕੀ ਦੇ ਉੱਤੇ ਰੱਖ ਕੇ ਉੱਤੇ ਕੱਪੜਾ ਪਾ ਦਈਏ। ਬਾਬਾ ਰਾਮ ਰਾਏ ਆਏਗਾ, ਅਨਭੋਲ ਹੀ ਉੱਤੇ ਬੈਠ ਜਾਏਗਾ। ਜਦੋਂ ਆਪਣੇ ਗੁਰੂ ਦੀ ਬਾਣੀ ਦੀ ਬੇਅਦਬੀ ਕਰੇਗਾ, ਉਦੋਂ ਇਹਦੀ ਸ਼ਕਤੀ ਖਤਮ ਹੋ ਜਾਏਗੀ। ਸਾਧ ਸੰਗਤ ਜੀ, ਅੱਜ ਵੀ ਜਿਹੜੇ ਪੰਥ ਦੇ ਦੁਸ਼ਮਣ ਨੇ ਨਾ, ਉਹਨਾਂ ਨੂੰ ਪਤਾ ਵੀ ਸਿੱਖਾਂ ਕੋਲ ਇੱਕੋ ਹੀ ਤਾਕਤ ਹੈ, ਉਹ ਗੁਰਬਾਣੀ ਦੀ ਹੈ। ਜੇ ਗੁਰਬਾਣੀ ਤੋਂ ਬੇਮੁਖ ਹੋ ਜਾਣਗੇ, ਆਪੇ ਖਤਮ ਹੋ ਜਾਣਗੇ। ਇਸੇ ਕਰਕੇ ਗੁਰਬਾਣੀ ਦੇ ਖਿਲਾਫ ਹੀ ਪ੍ਰਚਾਰ ਹੁੰਦਾ, ਕਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ, ਕਦੀ ਦਸਮ ਦੇ ਖਿਲਾਫ, ਕਦੀ ਭਾਈ ਗੁਰਦਾਸ ਦੀ ਬਾਣੀ ਦੇ, ਕਦੀ ਭਾਈ ਨੰਦ ਲਾਲ ਦੇ ਖਿਲਾਫ ਬੋਲਣ ਲੱਗ ਜਾਂਦੇ ਆ, ਕਦੀ ਸੂਰਜ ਪ੍ਰਕਾਸ਼ ਦੇ ਗ੍ਰੰਥਾਂ ਦੇ ਖਿਲਾਫ ਬੋਲਣ ਲੱਗ ਜਾਂਦੇ ਆ। ਇਹ ਸਾਰਾ ਕੁਝ ਹੁੰਦਾ ਤਾਂ ਹੀ ਹੈ ਵੀ ਗੁਰੂ ਨਾਲ ਟੁੱਟ ਜਾਣੇ, ਨਿਸ਼ਚਾ ਖਤਮ ਹੋ ਜਾਵੇ, ਵਿਸ਼ਵਾਸ ਟੁੱਟ ਜਾਵੇ ਸਿੱਖਾਂ ਦਾ। ਤੋ ਚੌਂਕੀ ਦੇ ਉੱਤੇ ਤੇ ਕੱਪੜੇ ਦੇ ਥੱਲੇ, ਯਾਨੀ ਜਿਹੜਾ ਚੌਂਕੀ ਦੇ ਉੱਤੇ ਇੱਕ ਬਿਸਤਰਾ ਵਿਛਾਣਾ ਹੈ, ਉਹਦੇ ਥੱਲੇ ਕਤਰਹ ਪਤਰੇ ਤਹ ਦੇਹ ਧਰੇ। ਗੁਰੂ ਗ੍ਰੰਥ ਸਾਹਿਬ ਦੇ ਪੰਨੇ ਕੁਤਰ ਕੇ, ਗੁਰਬਾਣੀ ਦੇ ਪੰਨੇ ਕੁਤਰ ਕੇ ਥੱਲੇ ਰੱਖ ਦਿਓ, ਤੇ ਉੱਤੇ ਬਾਬਾ ਰਾਮ ਰਾਏ ਦੇ ਬੈਠ ਜਾਏਗਾ ਵਿਛਾਣੇ ਦੇ ਆ ਕੇ, ਇਹਦੀ ਸਾਰੀ ਸ਼ਕਤੀ ਖਤਮ ਹੋ ਜਾਏਗੀ। ਕਰਹ ਅਵਗਿਆ ਗੁਰ ਕੀ ਜਬ ਹੂੰ। ਜਦੋਂ ਆਪਣੇ ਗੁਰੂ ਦੀ ਬੇਅਦਬੀ ਕਰੇਗਾ, ਆਪਣੇ ਗੁਰੂ ਦੀ ਬਾਣੀ ਦੀ ਬੇਅਦਬੀ ਕਰੇਗਾ, ਕਰਾਮਾਤ ਹਤ ਹੋਏ ਸਤਬ ਹੂੰ, ਤਾਂ ਇਹਦੀ ਕਰਾਮਾਤ ਸਾਰੀ ਖਤਮ ਹੋ ਜਾਏਗੀ। ਤਿਸਕੇ ਉੱਪਰ ਬੈਠਹ ਆਏ। ਹਾਂ, ਕਹਿੰਦੇ ਜਦੋਂ ਗੁਰਬਾਣੀ ਦੇ ਉੱਤੇ ਬੈਠੇਗਾ ਰਾਮ ਰਾਏ ਆ ਕੇ, ਪਿੱਛੇ ਹਾਸ ਰਚ ਹੋ ਮਨ ਭਾਏ। ਫਿਰ ਆਪਾਂ ਹਾਸੀ ਕਰਾਂਗੇ, ਸਾਰੀ ਕਚਹਿਰੀ ਦੇ ਲੋਕ ਹੱਸਾਂਗੇ, ਮਜ਼ਾਕ ਕਰਾਂਗੇ, ਦੇਖੋ ਆਪਣੇ ਗੁਰੂ ਦੀ ਬਾਣੀ ਦੇ ਉੱਤੇ ਬੈਠ ਗਿਆ ਹੈ। ਸ਼ਾਹੋ ਸਿਖਾਇਓ ਸੋ ਬਿਦਕੀਨ। ਇਹ ਕਾਜ਼ੀਆਂ ਮੁਲਾਣਿਆਂ ਨੇ ਬਾਦਸ਼ਾਹ ਨੂੰ ਅੱਜ ਨਵੀਂ ਪੁੱਠੀ ਪੜ੍ਹਾਈ ਪੜ੍ਹਾ ਦਿੱਤੀ। ਬਾਦਸ਼ਾਹ ਵੀ ਇਹਨਾਂ ਦੀਆਂ ਗੱਲਾਂ ਮੰਨਦਾ ਸੀ, ਕਾਜ਼ੀਆਂ ਮੁਲਾਣਿਆਂ ਦੇ, ਇਹਨਾਂ ਨੇ ਉਦਾਂ ਹੀ ਕੀਤਾ ਹੈ। ਪਰ ਮਹਤੇ ਮੰਗਵਾਏ ਸੋਲੀਨ। ਕਿਸੇ ਸਿੱਖ ਦੇ ਘਰੋਂ ਜਾਂ ਕਿਤੋਂ ਵੀ ਗੁਰਬਾਣੀ ਦੀ ਕੋਈ ਪੋਥੀ ਮੰਗਵਾ ਲਈ ਹੈ। ਜਿਲਤ ਗ੍ਰੰਥ ਸਾਹਿਬ ਕੀ ਕਤਰੀ। ਗੁਰੂ ਗ੍ਰੰਥ ਸਾਹਿਬ ਦੀ ਜਿਲਦ ਪਾੜ ਕੇ ਵਿੱਚੋਂ ਅੰਗ ਕੱਢ ਲਏ ਹਨ ਗੁਰਬਾਣੀ ਦੇ। ਪ੍ਰਥਕ ਸੈਂਚੀ ਕਿਆ ਪਤਰੀ। ਕਹਿੰਦੇ ਸੈਂਚੇ ਖਿਲਾਰ ਲਏ ਹਨ, ਗੁਰਬਾਣੀ ਦੀਆਂ ਸੈਂਚੀਆਂ ਪਾੜ ਲਈਆਂ ਹਨ। ਕੇਤਕ ਲੈ ਕੇ ਕਰ ਚਤੁਰਾਈ। ਤੇ ਉਹਨਾਂ ਵਿੱਚੋਂ ਕੁਝ ਪੱਤਰੇ ਲੈ ਕੇ ਚਤੁਰਾਈ ਦੇ ਨਾਲ ਸੰਚੀ ਸਜਣੀ ਤਰੇ ਦਬਾਈ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ ਉਸ ਚੌਂਕੀ ਦੇ ਉੱਤੇ ਰੱਖ ਕੇ ਤੇ ਉੱਤੇ ਬਿਸਤਰਾ ਵਿਛਾ ਦਿੱਤਾ ਹੈ। ਇੱਕ ਸਮਾਨ ਚੌਂਕੀ ਪਰ ਰੱਖੀ। ਤੇ ਚੌਂਕੀ ਦੇ ਉੱਤੇ ਇਸ ਤਰ੍ਹਾਂ ਰੱਖੇ ਵੀ ਪਤਾ ਨਾ ਲੱਗੇ ਥੱਲੇ, ਕਿਉਂਕਿ ਗੁਰਬਾਣੀ ਦੇ ਪੱਤਰੇ ਜਿਹੜੇ 2-2 4-4 ਇਕੱਠੇ ਕਰਕੇ ਰੱਖ ਦਈਏ, ਉੱਤੇ ਕੱਪੜਾ ਪਾ ਦਈਏ, ਕੀ ਪਤਾ ਵੀ ਥੱਲੇ ਕੀ ਹੈ। ਬੰਦਾ ਸਹਿਜ ਸੁਭਾਅ ਉੱਤੇ ਬੈਠ ਜਾਏਗਾ। ਹਾਂਜੀ, ਜੇ ਕੈਸੇ ਕਰ ਜਾਏ ਨਾ ਲਖੀ। ਕਹਿੰਦੇ ਪਤਾ ਨਾ ਲੱਗੇ ਵੀ ਗੁਰਬਾਣੀ ਥੱਲੇ ਪਈ ਹੈ। ਇਸ ਬਿਦ ਕਰ ਪੁਨ ਸਭਾ ਲਗਾਈ। ਇਸ ਤਰ੍ਹਾਂ ਇਹਨਾਂ ਨੇ ਬੜੀ ਭੈੜੀ ਕੋਝੀ ਸਾਜ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਜਾਂ ਗੁਰਬਾਣੀ ਦੇ ਪੱਤਰੇ ਲਿਖ ਕੇ ਪਾੜ ਕੇ ਤੇ ਉਹ ਚੌਂਕੀ ਤੇ ਰੱਖੇ, ਉੱਤੇ ਵਿਛਾਉਣਾ ਵਿਛਾ ਦਿੱਤਾ ਤੇ ਕਚਹਿਰੀ ਲਾ ਲਈ। ਮਿਲ ਉਮਰਾਓ ਭਏ ਸਮੁਦਾਈ। ਸਾਰੇ ਕਾਜੀ ਮੁਲਾਣੇ ਚੁੱਪ ਕਰਕੇ ਬਾਦਸ਼ਾਹ ਦੀ ਕਚਹਿਰੀ 'ਚ ਖਲੋ ਗਏ। ਤਬ ਸਤ ਗੁਰ ਨੰਦਨ ਚਲ ਆਇਓ। ਇਹਨੇ ਨੂੰ ਸਤਿਗੁਰੂ ਆ ਰਾਏ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਆਏ ਹਨ। ਉਤਰ ਪਾਲਕੀ ਤੇ ਪ੍ਰਵਸ਼ਾਇਓ। ਬਾਬਾ ਜੀ ਪਾਲਕੀ ਤੋਂ ਉਤਰ ਕੇ ਲਾਲ ਕਿਲੇ ਦੇ ਕਚਹਿਰੀ ਦੇ ਵਿੱਚ ਜਦੋਂ ਬਾਦਸ਼ਾਹ ਦੀ ਵੜੇ ਹਨ। ਜਾਏ ਸਭਾ ਮੈਂ ਠਾਡੋ ਰਹਿਓ। ਜਦੋਂ ਬਾਬਾ ਜੀ ਗਏ ਅੱਗੇ ਤੇ ਜਾ ਕੇ ਚੌਂਕੀ ਤੇ ਬਹਿ ਜਾਂਦੇ ਸੀ ਸਿੱਧੇ ਹੀ, ਅੱਜ ਕਚਹਿਰੀ 'ਚ ਖਲੋ ਗਏ ਹਨ ਜਾ ਕੇ। ਲਖੀ ਖਟਾਈ ਮੂੰਹ ਡਨ ਕਹਿਓ। ਉਹਨਾਂ ਨੇ ਆਪਣੀ ਅੰਤਰਜਾਮਤਾ ਨਾਲ ਇਹਨਾਂ ਕਾਜ਼ੀਆਂ ਮੁਲਾਣਿਆਂ ਦੀ ਖੋਟ ਜਾਣ ਲਈ
ਤੇ ਬਾਬਾ ਜੀ ਬੋਲੇ, ਖੋਟੇ ਕਾਜ ਆਜ ਵੱਡ ਕਰਿਓ। ਐ ਔਰੰਗਜ਼ੇਬ, ਅੱਜ ਵਰਗਾ ਖੋਟਾ ਕੰਮ ਤੁਸੀਂ ਕਦੀ ਨਹੀਂ ਕੀਤਾ। ਅੱਗੇ ਬੜੇ ਖੋਟੇ ਕੰਮ ਤੁਸੀਂ ਕੀਤੇ, ਪਰ ਅੱਜ ਤੁਸੀਂ ਸਿਰਾ ਲਾ ਦਿੱਤਾ ਹੈ। ਸਜਣੀ ਤਰੇ ਨਾਮ ਸਤ ਧਰਿਓ। ਤੁਸੀਂ ਉਸ ਪਰਮੇਸ਼ਰ ਦਾ, ਉਸ ਅੱਲਾਹ ਤਾਲਾ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿਛਾਉਣੇ ਦੇ ਥੱਲੇ ਰੱਖ ਦਿੱਤੀ ਹੈ। ਕਰਤਾ ਹਰਤਾ ਸਭ ਜਗ ਕੇਰੋ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਇਹ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਤੇ ਢਾਣ ਵਾਲਾ ਹੈ। ਇਹ ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ, ਜਿਹਨੇ ਸ੍ਰਿਸ਼ਟੀ ਸਾਜੀ ਹੈ, ਜਿਹਨੇ ਸ੍ਰਿਸ਼ਟੀ ਦੀ ਪਾਲਣਾ ਕੀਤੀ ਹੈ, ਜਿਹੜਾ ਸ੍ਰਿਸ਼ਟੀ ਨੂੰ ਲੀਨ ਕਰਦਾ ਹੈ, ਉਹਦੀ ਬਾਣੀ ਹੈ। ਇਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸਤ ਨਾਮ ਤੇ ਵੱਡੋ ਵਡੇਰੋ। ਸਭ ਸਭ ਤੋਂ ਵੱਡਾ ਉਸ ਪਰਮੇਸ਼ਰ ਸੱਚੇ ਦਾ ਨਾਮ ਜੋ ਹੈ, ਇਸ ਗੁਰਬਾਣੀ 'ਚ ਲਿਖਿਆ ਹੋਇਆ, ਅੱਖਰ ਅੱਖਰ ਵਿੱਚ ਨਾਮ ਦੀ ਮਹਿਮਾ ਹੈ। ਸੋ ਹਮਰੇ ਗੁਰ ਵਰਣਨ ਕਰਿਓ। ਸਾਡੇ ਸਤਿਗੁਰੂ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਨਾਮ ਦੀ ਮਹਿਮਾ ਇਸ ਬਾਣੀ 'ਚ ਦੱਸੀ ਹੈ। ਗੁਰੂ ਗ੍ਰੰਥ ਸਾਹਿਬ ਮੈਂ ਧਰਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਜੋ ਨਾਮ ਦੀ ਮਹਿਮਾ ਹੈ, ਸੋ ਹਮਰੇ ਸਤਿਗੁਰੂ ਸਮਾਨ। ਇਹ ਸਾਡੇ ਲਈ ਗੁਰੂ ਹੈ, ਗੁਰੂ ਸਮਾਨ। ਬਾਣੀ ਜਿਹੜੀ ਹੈ ਗੁਰੂ, ਗੁਰੂ ਰੂਪ ਹੈ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਤੁਸੀਂ ਬਹੁਤ ਵੱਡਾ ਪਾਪ ਕੀਤਾ ਜੇ ਅੱਜ। ਰਾਖਿਆ ਹੈ ਨਿਸ ਦਿਨ ਮਹਿ ਬਹਮਾਨ। ਅਸੀਂ ਇਹਦਾ ਮਾਣ ਰੱਖਦੇ ਹਾਂ, ਅਸੀਂ ਇਹਨੂੰ ਆਪਣੇ ਸੀਸ ਤੇ ਰੱਖਦੇ ਹਾਂ, ਅਸੀਂ ਗੁਰਬਾਣੀ ਦਾ ਸਤਿਕਾਰ ਕਰਦੇ ਹਾਂ। ਤਿਸਕੇ ਪਤਰੇ ਛੇਦਨ ਕਰੇ। ਤੁਸੀਂ ਉਸ ਗੁਰਬਾਣੀ ਦੇ ਪੱਤਰੇ ਕੱਟੇ ਆ, ਤੁਸੀਂ ਗੁਰਬਾਣੀ ਦੀ ਜਿਲਦ ਤੋੜੀ ਹੈ, ਗੁਰਬਾਣੀ ਦੀਆਂ ਸੰਚੀਆਂ ਖਿਲਾਰੀਆਂ ਨੇ, ਹਮਰੀ ਸੁਜਨੀ ਕੇ ਤਰ ਧਰੇ। ਤੇ ਸਾਡੇ ਵਿਛਾਉਣੇ ਦੇ ਥੱਲੇ ਰੱਖੇ ਨੇ। ਇਹ ਤੁਸੀਂ ਬਹੁਤ ਵੱਡਾ ਪਾਪ, ਬੜਾ ਵੱਡਾ ਜ਼ੁਲਮ ਕੀਤਾ। ਔਰ ਔਰੰਗਜ਼ੇਬ, ਮਹਾ ਅਯੋਗ ਕਰਿਓ ਤਮ ਕਾਜੂ। ਇਹ ਕੰਮ ਤੁਸੀਂ ਜਿਹੜਾ ਅੱਜ ਕੀਤਾ ਹੈ ਨਾ, ਬੜਾ ਅਯੋਗ ਕੀਤਾ ਹੈ, ਅਣ ਸੋਚਿਆ ਕੀਤਾ, ਜਿਹੜਾ ਤੁਸੀਂ ਕਦੀ ਅਸੀਂ ਸੋਚ ਵੀ ਨਹੀਂ ਸਕਦੇ ਵੀ ਤੁਸੀਂ ਇਦਾਂ ਵੀ ਕਰੋਗੇ। ਪਰ ਤੁਸੀਂ ਕਾਜ਼ੀਆਂ ਮੁਲਾਣਿਆਂ ਨੇ ਸਾਰਿਆਂ ਨੇ ਰਲ ਕੇ ਬੜਾ ਪਾਪ ਕੀਤਾ ਹੈ। ਅਬਲਾ ਠਨ ਹੋ ਪਰਖਨ ਕਾਜੂ। ਅਜੇ ਤੱਕ ਵੀ ਤੁਸੀਂ ਸਾਨੂੰ ਪਰਖਣਾ ਚਾਹੁੰਦੇ। ਇੰਨੀਆਂ ਸਾਡੀਆਂ ਕਰਾਮਾਤਾਂ ਦੇਖ ਕੇ ਵੀ ਤੁਹਾਨੂੰ ਸਾਡੀ ਸ਼ਕਤੀ ਦਾ ਪਤਾ ਨਹੀਂ ਲੱਗਾ। ਤੁਸੀਂ ਰੋਜ਼ ਸਾਨੂੰ ਪਰਖਦੇ ਹੋ, ਰੋਜ਼ ਸਾਨੂੰ ਪਰਖਦੇ ਹੋ, ਰੋਜ਼ ਪਰਖਦੇ ਹੋ। ਤੇ ਅੱਜ ਤੁਸੀਂ ਆਹ ਕੀ ਕਰਤੂਤ ਕੀਤੀ ਹੈ ਵੀ ਗੁਰਬਾਣੀ ਦੀਆਂ ਸੰਚੀਆਂ ਤੁਸੀਂ ਸਾਡੇ ਆਸਣ ਦੇ ਥੱਲੇ ਰੱਖ ਦਿੱਤੀਆਂ, ਵੀ ਅਸੀਂ ਉੱਤੇ ਆ ਕੇ ਬੈਠ ਜਾਵਾਂਗੇ, ਅਸੀਂ ਆਪਣੇ ਗੁਰੂ ਦੀ ਬਾਣੀ ਦੀ ਬੇਅਦਬੀ ਕਰਾਂਗੇ। ਹਾਂਜੀ, ਇਮ ਕਹਿ ਪਤਰੇ ਹੱਥ ਉਠਾਏ। ਇਦਾਂ ਕਹਿ ਕੇ ਬਾਬਾ ਜੀ ਨੇ ਨਾ ਉਹ ਜਿੰਨਾ ਉਹ ਬਿਸਤਰਾ ਸੀ ਨਾ ਚੁੱਕ ਕੇ ਪਰੇ ਮਾਰਿਆ, ਬਿਸਤਰਾ ਚੁੱਕ ਕੇ ਮਾਰਿਆ ਤੇ ਮਹਾਰਾਜ ਦੀ ਬਾਣੀ ਦੇ ਪੱਤਰੇ ਹੱਥਾਂ ਦੇ ਲੈ ਲਏ, ਨਮਸਕਾਰ ਕਰ ਪਾਸ ਰਖਾਏ, ਤੇ ਆਪਣੇ ਸੀਸ ਤੇ ਰੱਖ ਲਏ, ਮੱਥਾ ਟੇਕ ਕੇ ਕਹਿਣ ਲੱਗੇ, ਬਾਦਸ਼ਾਹ ਇਹ ਸਾਡਾ ਇਸ਼ਟ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਆਤਮਾ ਹੈ, ਸਾਡੇ ਗੁਰੂ ਦੀ, ਇਹਦੀ ਬੇਅਦਬੀ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਬਿਸਮ ਰਹੇ ਮੂਰਖ ਮਨ ਮਾਨੀ। ਕਾਜੀ ਮੁਲਾਣੇ ਤੇ ਔਰੰਗਜ਼ੇਬ ਸਭ ਹੱਕੇ ਬੱਕੇ ਰਹਿ ਗਏ। ਕਹਿੰਦੇ ਸਾਡਾ ਇਹ ਤੀਰ ਵੀ ਖਾਲੀ ਗਿਆ। ਅਸੀਂ ਤਾਂ ਸੋਚਦੇ ਸੀ ਵੀ ਬਾਣੀ ਦੇ ਉੱਤੇ ਬੈਠ ਜਾਏਗਾ, ਇਹਦੀ ਕਰਾਮਾਤ ਸ਼ਕਤੀ ਖਤਮ ਹੋ ਜਾਏਗੀ। ਸਾਧ ਸੰਗਤ ਜੀ, ਕੋਈ ਵੀ ਸਿੱਖ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਬੇਅਦਬੀ ਕਰ ਦਿੰਦਾ, ਉਹ ਸਿੱਖ ਨਹੀਂ ਰਹਿੰਦਾ, ਖਤਮ, ਉਹਦੀ ਸ਼ਕਤੀ ਖਤਮ ਹੋ ਜਾਂਦੀ। ਭਾਵੇਂ ਜਿੱਡਾ ਮਰਜ਼ੀ ਉਹ ਬ੍ਰਹਮ ਗਿਆਨੀ ਹੋਵੇ, ਉਹਦੀ ਪਾਵਰ ਖਤਮ ਹੋ ਜਾਂਦੀ ਹੈ। ਗੁਰਬਾਣੀ ਦਾ ਅਦਬ ਜਿਹਨੇ ਵੀ ਕੀਤਾ ਉਹ ਤਰੇਗਾ, ਜਿਹੜਾ ਬੇਅਦਬੀ ਕਰੇਗਾ ਡੁੱਬ ਜਾਏਗਾ। ਹਾਂਜੀ, ਬਿਨਾ ਭਨੇ ਕਿਮ ਲੀਨ ਸਜਾਨੀ। ਬਾਦਸ਼ਾਹ ਤੇ ਉਹਦੇ ਦਰਬਾਰੀ ਸੋਚਦੇ ਵੀ ਬਿਨਾਂ ਦੱਸਿਆ ਇਹ ਬਾਬਾ ਰਾਮ ਰਾਏ ਨੇ ਕਿਵੇਂ ਜਾਣ ਲਿਆ ਹੈ। ਹਮਰੇ ਦਾਵ ਧਰੇ ਨਹ ਆਵਤ। ਕਾਜੀ ਮੁਲਾਣੇ ਮਨ 'ਚ ਸੋਚਦੇ ਨੇ, ਰਾਮ ਰਾਏ ਸਾਡੇ ਦਾਅ ਥੱਲੇ ਆਉਂਦਾ ਹੀ ਨਹੀਂ। ਜੋ ਹਮ ਕਰਹਿ ਸੋ ਪੂਰਬ ਪਾਵਤ। ਜਿਹੜੀ ਗੱਲ ਅਸੀਂ ਇਹਦੇ ਬਾਰੇ ਸੋਚਦੇ ਹਾਂ, ਇਹਨੂੰ ਪਹਿਲਾਂ ਹੀ ਪਤਾ ਚੱਲ ਜਾਂਦੀ ਹੈ। ਸਾਡੀ ਗੱਲ ਦਾ ਇਹ ਪੂਰੀ ਹੋਣ ਤੋਂ ਪਹਿਲਾਂ ਹੀ ਭਾਂਡਾ ਭੰਨ ਦਿੰਦਾ ਹੈ। ਬਚਨ ਬਿਲਾਸ ਸਭਾ ਮਹਿ ਭਏ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਭਰੀ ਕਚਹਿਰੀ 'ਚ ਬਚਨ ਕੀਤੇ ਹਨ। ਕਰਹਿ ਪ੍ਰਸ਼ਨ ਜਿਮ ਉੱਤਰ ਦਏ। ਜਿਹੜਾ ਕੋਈ ਸਵਾਲ ਕਰਦਾ ਉਸੇ ਵੇਲੇ ਉੱਤਰ ਦਿੰਦੇ ਨੇ। ਔਰ ਅਚਰਜ ਕੋ ਤਾਹਰ ਬਿਸਾਲਾ। ਸਾਰੇ ਹੈਰਾਨ ਨੇ ਵੀ ਇਹ ਛੋਟੀ ਜਿਹੀ ਉਮਰ ਦਾ ਬੱਚਾ ਹੈ। ਉਦੋਂ ਬਾਬਾ ਜੀ 13-14 ਸਾਲਾਂ ਦੇ ਸਨ, ਤੇ ਇੰਨਾ ਪ੍ਰਭਾਵ ਸੀਗਾ ਵੀ ਦਰਬਾਰ 'ਚ ਕੋਈ ਵੱਡੀ 90 ਸਾਲ ਦੀ ਉਮਰ ਦਾ ਬੰਦਾ ਵੀ ਬਾਬਾ ਜੀ ਦੇ ਸਾਹਮਣੇ ਕੁਸਕ ਨਹੀਂ ਸੀ ਸਕਦਾ। ਬੜੇ ਬੜੇ ਪੜ੍ਹੇ ਹੋਏ ਕਾਜੀ ਮੁੱਲਾ ਵਿਦਵਾਨ ਆਪਣੇ ਆਪ ਨੂੰ ਕਹਿੰਦੇ ਆਲਮ ਫਾਜ਼ਿਲ, ਗੂੰਗੇ ਹੋ ਜਾਂਦੇ ਸਨ। ਬਸ ਜਦੋਂ ਬਾਬਾ ਰਾਮ ਰਾਏ ਜੀ ਕਚਹਿਰੀ 'ਚ ਆ ਜਾਂਦੇ, ਕੋਈ ਕੁਸਕਦਾ ਨਹੀਂ ਸੀ। ਪਿੱਛੋਂ ਉਹਨਾਂ ਦੇ ਪਿੱਛੋਂ ਸਾਜ਼ਿਸ਼ਾਂ ਘੜਦੇ ਰਹਿੰਦੇ ਸੀ। ਅੱਜ ਇਹਨਾਂ ਨੇ ਸਭ ਤੋਂ ਮਾੜੀ ਸਾਜ਼ਿਸ਼ ਘੜੀ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਉਹ ਲਿਖ ਕੇ ਜਾਂ ਕਿਤੋਂ ਪੰਨੇ ਪਾੜ ਕੇ ਥੱਲੇ ਰੱਖ ਦਿਓ, ਉੱਤੇ ਬੈਠ ਜਾਣ। ਬਾਬਾ ਜੀ ਸ਼ਕਤੀ ਖਤਮ ਹੋ ਜਾਏ ਇਹਨਾਂ ਦੀ। ਪਰ ਬਾਬਾ ਜੀ ਨੇ ਬਾਣੀ ਦੇ ਪੰਨੇ ਕੱਢ ਕੇ ਸਤਿਕਾਰ ਨਾਲ ਸੀਸ ਤੇ ਰੱਖ ਲਏ ਤੇ ਕਹਿਣ ਲੱਗੇ, ਤੁਸੀਂ ਬੜਾ ਪਾਪ ਕੀਤਾ ਜਿਹੜਾ ਗੁਰੂ ਮਹਾਰਾਜ ਦਾ ਸਰੂਪ ਪਾੜਿਆ ਹੈ। ਉਠੇ ਸਭਾਸਦ ਸਭ ਤਿਸ ਕਾਲਾ। ਤੇ ਬੜੇ ਕਰੜੇ ਬਚਨ ਕਰਕੇ ਵੀ ਤੁਹਾਨੂੰ ਇਹੋ ਜਿਹੀਆਂ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ ਨਾ ਕਾਜੀਓ ਮੁਲਾਣਿਓ, ਇਹੀ ਤੁਹਾਡਾ ਬੇੜਾ ਗਰਕ ਕਰ ਦੇਣਗੀਆਂ। ਜਦੋਂ ਕੋਈ ਬੰਦਾ ਕਿਸੇ ਦੇ ਧਰਮ ਦੀ ਬੇਅਦਬੀ ਕਰਦਾ ਹੈ ਨਾ, ਆਹ ਸਾਧ ਸੰਗਤ ਜੀ ਜਿਹੜੇ ਪੰਜਾਬ 'ਚ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਹੈ ਨਾ, ਕਦੀ ਕਿਸੇ ਕਦੀ ਕਿਤੇ ਰੋਜ਼ ਹੀ ਭੈੜੀਆਂ ਖਬਰਾਂ ਆਉਂਦੀਆਂ। ਤੇ ਇਹ ਸਾਧ ਸੰਗਤ ਜੀ ਸੰਸਾਰ ਦੇ ਡੁੱਬਣ ਦੀਆਂ ਨਿਸ਼ਾਨੀਆਂ ਹਨ। ਜਿਹੜੇ ਪਾਪੀ ਬੰਦੇ ਕਰ ਰਹੇ ਨੇ ਜਾਂ ਕਰਵਾ ਰਹੇ ਨੇ, ਉਹਨਾਂ ਦਾ ਬੇੜਾ ਗਰਕ ਹੋਣਾ। ਗੁਰੂ ਗ੍ਰੰਥ ਸਾਹਿਬ ਦਾ ਕੁਝ ਵੀ ਨਹੀਂ ਵਿਗੜਨਾ, ਕੁਝ ਵੀ ਨਹੀਂ ਵਿਗੜਨਾ। ਨਾ ਤਾਂ ਗੁਰੂ ਗ੍ਰੰਥ ਸਾਹਿਬ ਪਾੜਿਆ ਜਾ ਸਕਦਾ, ਨਾ ਗੁਰੂ ਗ੍ਰੰਥ ਸਾਹਿਬ ਸਾੜਿਆ ਜਾ ਸਕਦਾ, ਨਾ ਪਾਣੀ 'ਚ ਡੋਬਿਆ ਜਾ ਸਕਦਾ, ਨਾ ਹਵਾ 'ਚ ਉਡਾਇਆ ਜਾ ਸਕਦਾ। ਇਹ ਸ਼ਬਦ ਹੈ। ਸ਼ਬਦ ਨੂੰ ਨਾ ਸਾੜ ਸਕਦੇ, ਨਾ ਪਾੜ ਸਕਦੇ, ਨਾ ਡੋਬ ਸਕਦੇ। ਸ਼ਬਦ ਹੈ, ਇਹ ਤਾਂ ਸਦਾ ਹੀ ਅਮਰ ਹੈ। ਤਾਂ ਧੁਰ ਕੀ ਬਾਣੀ ਹੈ। ਤਾਂ ਉਹ ਸਮਝਦੇ ਅਸੀਂ ਇਹਦੀ ਬੇਅਦਬੀ ਕਰਤੀ। ਬੇਅਦਬੀ ਗੁਰਬਾਣੀ ਦੀ ਨਹੀਂ ਹੋ ਰਹੀ, ਉਹਨਾਂ ਦੀ ਹੋ ਰਹੀ ਹੈ। ਉਹਨਾਂ ਦਾ ਬੇੜਾ ਗਰਕ ਹੋ ਰਿਹਾ। ਉਹ ਆਪਣੇ ਪੈਰੀਂ ਕੁਹਾੜਾ ਮਾਰ ਰਹੇ ਨੇ। ਕਈ ਕੋੜੇ ਹੋ ਜਾਣਗੇ, ਕਈ ਲੂਲੇ ਲੰਗੜੇ, ਕਈ ਜੇਲ੍ਹਾਂ 'ਚ ਰੁਲ ਰਹੇ ਨੇ, ਕਈ ਜੁੱਤੀਆਂ ਖਾ ਰਹੇ ਨੇ। ਘਰ ਦੇ ਵਿੱਚ ਵੀ ਬਾਹਰ ਵੀ, ਜਿੱਥੇ ਇਹ ਬੁੱਧੀ ਭ੍ਰਿਸ਼ਟ ਹੋ ਗਈ, ਇਹਦੇ ਪਾਪ ਕਰਨ ਲੱਗ ਪਏ ਨੇ ਤੇ ਡੂਬਣ ਕੇ ਕਾਮ ਨੇ। ਸੰਤਨ ਸੇਤੀ ਮਸ਼ਕ ਇਹ ਡੂਬਣ ਕੇ ਕਾਮ ਕਹਿੰਦੇ। ਸੰਤਾਂ ਨਾਲ ਮਸ਼ਕਰੀ ਵੀ ਕਰ ਦਈਏ ਨਾ ਤੇ ਉਹ ਆਪ ਡੁੱਬਣ ਦਾ ਕੰਮ ਬਣ ਜਾਂਦਾ। ਇਹ ਡੁੱਬਣ ਦਾ ਕੰਮ ਕਰ ਰਹੇ ਜਿਹੜੇ ਸਤਿਗੁਰਾਂ ਦੀ ਬੇਅਦਬੀ ਕਰਦੇ ਆ। ਹਾਂਜੀ, ਆਪਣੇ ਆਪਣੇ ਡੇਰੇ ਗਏ। ਕਾਜੀ ਮੁਲਾਣੇ ਆਪਣੇ ਆਪਣੇ ਡੇਰਿਆਂ ਤੇ ਚਲੇ ਗਏ। ਮਿਲ ਮਿਲ ਅਪਰਣ ਸੋ ਕਹਿ ਦਏ। ਤੇ ਦੂਜਿਆਂ ਨੂੰ ਵੀ ਦੱਸਦੇ ਹਨ ਵੀ ਬਾਬੇ ਰਾਮ ਰਾਏ ਨੂੰ ਅਸੀਂ ਬੜੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਸਾਡੇ ਕਾਬੂ ਨਹੀਂ ਆਉਂਦਾ। ਕਵ ਸੰਤੋਖ ਸਿੰਘ ਕੀਰਤ ਸੇਤ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕੀਰਤੀ ਦਾ ਪੁਲ ਬੰਨਿਆ ਹੈ। ਪੁਰ ਮਹਿ ਪਸਰੀ ਸਰਬ ਨਿਕੇਤ। ਚਿੱਟੀ ਕੀਰਤੀ ਜਿਵੇਂ ਦੁੱਧ ਚਿੱਟਾ ਹੁੰਦਾ ਨਾ, ਇਵੇਂ ਬਾਬੇ ਰਾਮ ਰਾਏ ਦੀ ਸੋਭਾ ਦਿੱਲੀ ਸ਼ਹਿਰ ਵਿੱਚ ਪਸਰ ਗਈ। ਸੋ ਇਤਨੇ ਬਚਨ ਪ੍ਰਵਾਨ ਕਰਨੇ ਜੀ। ਅਗਲੇ ਪ੍ਰਕਰਣਾਂ 'ਚ ਬਾਬਾ ਜੀ ਦੇ ਹੋਰ ਪ੍ਰਸੰਗ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ,